ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦੇ ਕੀਰਤਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਹੋਏ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਇਸੇ ਪਾਵਨ ਧਰਤੀ ਤੋਂ, ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਜਦੋਂ ਉਦਾਸੀਆਂ ਆਰੰਭ ਕੀਤੀਆਂ ਤਾਂ ਮਹਾਰਾਜ ਸਾਹਿਬ ਜੀ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾ ਕੇ, ਭਾਈ ਬਾਲਾ ਜੀ ਨੂੰ ਆਪਣਾ ਸਾਥੀ ਬਣਾ ਕੇ ਔਰ ਭਾਈ ਮਰਦਾਨਾ ਜੀ ਨੂੰ ਰਬਾਬ ਬਖਸ਼ ਕੇ, ਜੋ ਇਸੇ ਇਲਾਕੇ ਦੇ ਵਿੱਚੋਂ ਭਰਵਾਣਾ ਨਗਰ ਗੁਰਦੁਆਰਾ ਸ੍ਰੀ ਰਬਾਬਸਰ ਸਾਹਿਬ ਸੋਭਨੀਕ ਹੈ, ਜਿਸ ਥਾਂ ਤੇ ਭਾਈ ਮਰਦਾਨਾ ਜੀ ਨੇ ਜਾ ਕੇ ਭਾਈ ਫਿਰੰਦਾ ਜੀ ਦੇ ਪਾਸੋਂ ਰਬਾਬ ਲੈ ਕਰਕੇ ਆਂਦੀ ਔਰ ਪਹਿਲੀ ਵਾਰੀ ਜਗਤ ਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਭਾਈ ਮਰਦਾਨਾ ਸਾਹਿਬ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਇੱਥੇ ਹੀ ਰਬਾਬ ਵਜਾਈ ਔਰ ਇੱਥੋਂ ਹੀ ਮਹਾਰਾਜ ਸਾਹਿਬ ਜੀ ਨੇ ਫਿਰ ਚੌਹਾਂ ਚੱਕਾਂ ਦੇ ਵਿੱਚ ਵਿਚਰਨਾ ਕੀਤਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਤੋ ਇਲਾਹੀ ਦਾਤ ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ ਨੂੰ ਕੀਰਤਨ ਦੀ ਬਖਸ਼ਿਸ਼ ਕੀਤੀ ਹੈ, ਕਥਾ ਦੀ ਬਖਸ਼ਿਸ਼ ਕੀਤੀ ਹੈ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੁਰ ਕੀ ਬਾਣੀ 'ਚ ਫਰਮਾਉਂਦੇ ਹਨ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਕੱਲ ਨੂੰ ਸਾਧ ਸੰਗਤ ਜੀ 9 ਤਰੀਕ ਹੈ, 9 ਜਨਵਰੀ ਦਾ ਦਿਨ ਹੈ ਔਰ ਪੋਹ ਸੁਦੀ 7ਵੀਂ ਦਾ ਦਿਹਾੜਾ ਹੈ। ਕੱਲ ਨੂੰ ਜਿਸ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਧਾਰਿਆ, ਦਸ਼ਮੇਸ਼ ਪਾਤਸ਼ਾਹ ਜੀ ਦਾ ਗੁਰਪੁਰਬ ਹੈ, ਜਿਸ ਦੇ ਸੰਬੰਧ ਵਿੱਚ ਕੱਲ ਰੋਜ਼ ਤੋਂ ਤੁਰ ਕੀ ਬਾਣੀ ਦੇ ਜਾਪ ਵੀ ਜਿੱਥੇ ਸਾਰੇ ਅਸਥਾਨਾਂ ਦੇ ਉੱਤੇ ਮਹਾਰਾਜ ਸਾਹਿਬ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਹੈ, ਵਿਸ਼ੇਸ਼ ਕਰਕੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ, ਬਾਕੀ ਸਾਰੇ ਅਸਥਾਨਾਂ ਤੇ, ਉੱਥੇ ਜਗਤ ਗੁਰੂ ਜੀ ਦੇ ਇਸ ਪਾਵਨੇ ਅਸਥਾਨ ਤੇ ਗੁਰਦੁਆਰਾ ਸ੍ਰੀ ਵੇਰ ਸਾਹਿਬ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਅੰਦਰ ਕੱਲ ਰੋਜ਼ ਤੋਂ ਤੁਰ ਕੀ ਬਾਣੀ ਦੇ ਜਾਪ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ। 7 ਤਰੀਕ ਤੋਂ, ਜਿਨ੍ਹਾਂ ਦੇ ਕੱਲ ਨੂੰ 9 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਭੋਗ ਸੰਪੂਰਨ ਹੋਣਗੇ। ਔਰ ਜਿਸ ਥਾਂ ਮਹਾਰਾਜ ਦਸ਼ਮੇਸ਼ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਿਆ, ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ, ਉਸ ਸ਼ਹਿਰ ਦੇ ਵਿੱਚ ਜਿੱਥੇ ਕਦੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਵੀ ਚਰਨ ਪਾਏ ਸਨ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਮਹਾਰਾਜ ਦੇ ਨਾਲ ਹਨ। ਭਾਈ ਮਰਦਾਨਾ ਜੀ ਨੂੰ ਮਹਾਰਾਜ ਨੇ ਇੱਕ ਲਾਲ ਬਖਸ਼ਿਆ ਸੀ, ਬਾਜ਼ਾਰ ਵਿੱਚ ਭੇਜਿਆ ਸੀ। ਉਸ ਲਾਲ ਦਾ ਵੱਖ-ਵੱਖ ਦੁਕਾਨਾਂ ਵਾਲੇ ਕੋਈ ਥੋੜ੍ਹੀ ਜਿਹੀ ਵਸਤੂ ਦਿੰਦੇ ਸੀ। ਮਹਾਰਾਜ ਨੇ ਕਿਹਾ ਸੀ, ਭਾਈ ਮਰਦਾਨਿਆ ਐਵੇਂ ਨਾ ਦੇ ਆਵੀਂ, ਬੜਾ ਕੀਮਤੀ ਲਾਲ ਹੈ। ਜਦੋਂ ਵਾਪਸ ਆਏ ਸੀ ਮਹਾਰਾਜ, ਲੋਕ ਤਾਂ ਕੋਈ ਥੋੜ੍ਹੀ ਜਿਹੀ ਮਠਿਆਈ ਦਿੰਦਾ ਹੈ, ਕੋਈ ਥੋੜ੍ਹੇ ਜਿਹੇ ਫਲ ਦਿੰਦਾ ਹੈ। ਆਪ ਜੀ ਕਹਿੰਦੇ ਹੋ ਕਿ ਬੜਾ ਕੀਮਤੀ ਲਾਲ ਹੈ। ਸਤਿਗੁਰੂ ਕਹਿੰਦੇ, ਜਿਨ੍ਹਾਂ ਕੋਲੇ ਤੂੰ ਲੈ ਕੇ ਗਿਆ ਉਹਨਾਂ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈ।
ਵਸਤੂ ਕਿੰਨੀ ਵੀ ਕੀਮਤੀ ਹੋਵੇ, ਜੇ ਉਹਨੂੰ ਜਾਣਨ ਵਾਲਾ ਨਹੀਂ, ਉਹਨੂੰ ਪਰਖਣ ਵਾਲਾ ਨਹੀਂ, ਉਹਨੂੰ ਸਿਆਣਨ ਵਾਲਾ ਨਹੀਂ, ਤੇ ਉਹਦੀ ਕਦਰ ਨਹੀਂ ਪੈਂਦੀ, ਉਹਦੀ ਕੀਮਤ ਨਹੀਂ ਪੈਂਦੀ। ਇਸੇ ਪਟਨੇ ਸ਼ਹਿਰ ਦੇ ਵਿੱਚ ਸਾਲਸਰਾਏ ਜੌਹਰੀ ਦਾ ਘਰ ਪੁੱਛ ਕੇ ਜਾ। ਫਿਰ ਭਾਈ ਮਰਦਾਨਾ ਜੀ ਗਏ, ਸਾਲਸਰਾਏ ਜੌਹਰੀ ਦਾ ਘਰ ਪੁੱਛਿਆ। ਲੋਕਾਂ ਨੇ ਦੱਸਿਆ ਬਾਜ਼ਾਰ ਵਿੱਚ ਵੀ ਉਹ ਸਾਹਮਣੇ ਜਿਹੜੀ ਵੱਡੀ ਹਵੇਲੀ ਆ ਨਾ, ਵੱਡਾ ਮਹਿਲ ਹੈ, ਉਹ ਸਾਲਸਰਾਏ ਜੌਹਰੀ ਦਾ ਘਰ ਹੈ। ਜਾ ਦਰਵਾਜ਼ਾ ਖੜਕਾਇਆ, ਨੌਕਰ ਨੇ ਦਰਵਾਜ਼ਾ ਖੋਲ੍ਹਿਆ। ਦੱਸਿਆ ਭਾਈ ਮਰਦਾਨਾ ਜੀ ਨੇ ਕਿ ਮੈਂ ਆ ਲਾਲ ਵੇਚਣ ਵਾਸਤੇ ਆਇਆ ਹਾਂ, ਸਾਲਸਰਾਏ ਜੌਹਰੀ ਨੂੰ ਮਿਲਣਾ। ਨੌਕਰ ਜਾ ਕੇ ਸਾਲਸਰਾਏ ਜੌਹਰੀ ਨੂੰ ਦੱਸਦਾ ਹੈ। ਜੌਹਰੀ ਬਾਹਰ ਆ ਕੇ ਆਪਣੇ ਵਿਹੜੇ ਵਿੱਚ ਭਾਈ ਮਰਦਾਨਾ ਜੀ ਨੂੰ ਮਿਲਦਾ ਹੈ। ਜਦੋਂ ਲਾਲ ਦਿੱਤਾ, ਜੀ ਆ ਮੈਂ ਲਾਲ ਵੇਚਣ ਵਾਸਤੇ ਆਇਆ ਹਾਂ। ਉਹ ਲਾਲ ਫੜ ਕੇ ਆਪਣੇ ਅੰਦਰ ਲੈ ਜਾਂਦਾ ਹੈ। ਥਾਲੀ ਵਿੱਚ ਲਾਲ ਰੱਖ ਕੇ ਨਾਲ ਚਾਂਦੀ ਦਾ 101 ਰੁਪਈਆ ਰੱਖ ਕੇ ਭਾਈ ਮਰਦਾਨਾ ਜੀ ਨੂੰ ਵਾਪਸ ਦੇ ਦਿੰਦਾ ਹੈ। ਭਾਈ ਸਾਹਿਬ ਕਹਿੰਦੇ ਕਿ ਜੌਹਰੀ ਸਾਹਿਬ, ਇਹ ਤੁਸੀਂ ਖਰੀਦਿਆ ਨਹੀਂ, ਮੈਂ ਵੇਚਣ ਵਾਸਤੇ ਆਇਆ ਲਾਲ, ਫਿਰ ਮੈਨੂੰ ਵਾਪਸ ਦੇ ਰਹੇ ਹੋ। ਉਹਨੇ ਆਖਿਆ ਨਹੀਂ, ਮੈਂ ਖਰੀਦਿਆ ਨਹੀਂ, ਇਹ ਬਹੁਤ ਜ਼ਿਆਦਾ ਕੀਮਤੀ ਹੈ। ਇਹ ਜਿਹੜੇ ਤੁਸੀਂ ਪੈਸੇ ਦਿੱਤੇ, ਫਿਰ ਇਹ ਕਾਹਦੇ ਵਾਸਤੇ? ਭਾਈ ਸਾਹਿਬ ਜੀ ਨੇ ਆਖਿਆ, ਭਾਈ ਮਰਦਾਨਾ ਜੀ ਨੇ। ਉਹ ਕਹਿਣ ਲੱਗਾ ਵੀ ਇਹ ਪੈਸੇ ਦੀ ਦਰਸ਼ਨੀ ਭੇਟ ਆਈ ਹੈ, ਇਹਨੂੰ ਵੇਖਣ ਦੀ ਹੀ 101 ਰੁਪਈਆ ਇਹ ਭੇਟਾ ਮੈਂ ਦਿੱਤੀ ਹੈ, ਇਹ ਤਾਂ ਬਹੁਤ ਜ਼ਿਆਦਾ ਕੀਮਤੀ ਹੈ, ਇਸ ਕਰਕੇ ਪੈਸੇ ਤੁਹਾਨੂੰ ਮੈਂ ਦਿੱਤੇ ਹਨ, ਇਹਦੇ ਵੇਖਣ ਦੀ ਭੇਟ ਆਏ। ਜਿਨ੍ਹਾਂ ਨੇ ਮੈਨੂੰ ਇਹ ਹੀਰੇ ਲਾਲ ਪੰਨੇ ਪੁਖਰਾਜ ਰਤਨ ਜਵਾਹਰ ਆਦਿਕ ਪਰਖਣ ਦੀ ਜਾਚ ਸਿਖਾਈ ਹੈ ਉਸਤਾਦਾਂ ਨੇ, ਉਹਨਾਂ ਨੇ ਦੱਸਿਆ ਹੈ ਵੀ ਇਸ ਤਰ੍ਹਾਂ ਦਾ ਲਾਲ ਮਿਲੇ ਤੇ ਖਰੀਦਣ ਦੀ ਗੱਲ ਬਾਅਦ ਵਿੱਚ ਕਰਿਓ, ਪਹਿਲਾਂ ਉਹਨੂੰ ਵੇਖਣ ਦੀ 101 ਰੁਪਈਆ ਭੇਟਾ ਦਿਆ ਜੀ। ਇਸ ਕਰਕੇ ਮੈਂ ਇਹਨੂੰ ਵੇਖਣ ਦੀ 101 ਰੁਪਈਆ ਭੇਟਾ ਦਿੱਤੀ ਹੈ। ਜਗਤ ਗੁਰੂ ਜੀ ਦੇ ਪਾਸ ਆਉਂਦੇ ਆ ਭਾਈ ਮਰਦਾਨਾ ਜੀ, ਸਾਰੀ ਗੱਲ ਦੱਸਦੇ। ਮਹਾਰਾਜ ਕਹਿੰਦੇ ਆ ਕਿ ਮਰਦਾਨਿਆਂ, ਜੇ ਵੇਚਿਆ ਨਹੀਂ ਤੇ ਪੈਸੇ ਕਿਉਂ ਲਏ? ਜੇ ਉਸ ਜੌਹਰੀ ਨੇ ਆਪਣਾ ਇਹ ਲਾਲ ਖਰੀਦਿਆ ਨਹੀਂ, ਫਿਰ ਇਹ ਪੈਸੇ ਕਿਉਂ ਲਏ ਆ? ਇਹ ਵਾਪਸ ਦੇ ਕੇ ਆ। ਭਾਈ ਮਰਦਾਨਾ ਜੀ ਜਾਂਦੇ ਆ, ਕਹਿੰਦੇ ਆ ਵੀ ਮੇਰੇ ਗੁਰੂ ਸਾਹਿਬ ਜੀ, ਉਹਨਾਂ ਨੇ ਬਚਨ ਕੀਤਾ, ਇਸ ਕਰਕੇ ਪੈਸੇ ਮੈਂ ਨਹੀਂ ਰੱਖ ਸਕਦਾ, ਜਾਂ ਤੇ ਖਰੀਦੋ ਜਾਂ ਆਪਣੇ ਪੈਸੇ ਵਾਪਸ ਲਓ। ਉਹ ਕਹਿੰਦਾ ਨਹੀਂ, ਜਿਹੜੀ ਇੱਕ ਵਾਰੀ ਦਰਸ਼ਨੀ ਭੇਟਾ ਦੇ ਦਈਏ ਉਹ ਵਾਪਸ ਨਹੀਂ ਲਈਦੀ। ਇਸ ਤਰ੍ਹਾਂ ਵਾਰ-ਵਾਰ ਭਾਈ ਮਰਦਾਨਾ ਜੀ ਨੇ ਗੇੜੇ ਮਾਰੇ, 7 ਗੇੜੇ ਮਾਰੇ ਭਾਈ ਮਰਦਾਨੇ ਨੇ। ਆਖਿਰਕਾਰ ਉਹ ਸਾਲਸਰਾਏ ਜੌਹਰੀ ਪ੍ਰਭਾਵਿਤ ਹੋਇਆ, ਆਪਣੇ ਨੌਕਰ ਅਧਰੱਕੇ ਨੂੰ ਫਲਾਂ ਦੀ ਟੋਕਰੀ ਚੁਕਾ ਕੇ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਵੀ ਐਸਾ ਕੌਣ ਹੈ ਜਿਹੜਾ 101 ਰੁਪਈਆ ਨਹੀਂ ਰੱਖ ਰਿਹਾ ਹੈ। ਆ ਕੇ ਫਲਾਂ ਦੀ ਟੋਕਰੀ ਮਹਾਰਾਜ ਸਾਹਿਬ ਜੀ ਦੇ ਪਾਸ ਰੱਖ ਕੇ ਸਾਲਸਰਾਏ ਜੌਹਰੀ ਨੇ ਮੱਥਾ ਟੇਕਿਆ, ਔਰ ਨਾਲ ਨੌਕਰ ਅਧਰੱਕੇ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਸਤਿਗੁਰਾਂ ਨੇ ਪਹਿਲਾਂ ਹੀ ਬਚਨ ਕੀਤਾ, ਕਹਿਣ ਲੱਗੇ ਵੀ ਜੌਹਰੀਆ, ਤੂੰ ਹੀਰਿਆਂ ਲਾਲਾਂ ਨੂੰ ਤੇ ਬੜਾ ਚੰਗੀ ਤਰ੍ਹਾਂ ਪਰਖ ਲੈਣਾ ਹੈ। ਇਹ ਮਾਨਸ ਜਨਮ ਵੀ ਇੱਕ ਲਾਲ ਹੈ, ਇਸ ਨੂੰ ਪਰਖਿਆ ਹੈ ਕਿ ਨਹੀਂ ਪਰਖਿਆ? ਉਹਦੇ ਭਾਗ ਚੰਗੇ ਸੀ। ਉਹਨੇ ਬੇਨਤੀ ਕੀਤੀ, ਮਹਾਰਾਜ, ਕਦੀ ਉਸਤਾਦ ਮਿਲੇ ਸੀ ਜ਼ਿੰਦਗੀ ਦੇ ਵਿੱਚ, ਉਹਨਾਂ ਨੇ ਮੈਨੂੰ ਇਹ ਹੀਰੇ ਲਾਲ ਪਰਖਣ ਦਾ ਢੰਗ ਦੱਸ ਦਿੱਤਾ। ਅੱਜ ਆਪ ਜੀ ਮਿਲੇ ਹੋ, ਤੁਸੀਂ ਕਿਰਪਾ ਕਰਕੇ ਮੈਨੂੰ ਮਾਨਸ ਜਨਮ ਰੂਪੀ ਲਾਲ ਪਰਖਣ ਦੀ ਜਾਚ ਸਿਖਾ ਦਿਓ, ਤੁਸੀਂ ਕਿਰਪਾ ਕਰੋ। ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਇਆ ਦੇ ਘਰ ਵਿੱਚ ਆਏ, ਬਖਸ਼ਿਸ਼ਾਂ ਦੇ ਘਰ ਵਿੱਚ ਆਏ। ਕਹਿਣ ਲੱਗੇ, ਆ ਜਿਹਦੇ ਸਿਰ ਦੇ ਉੱਤੇ ਟੋਕਰੀ ਚੁਕਾ ਕੇ ਲਿਆਇਆ, ਇਹ ਕੌਣ ਹੈ? ਜੀ ਇਹ ਮੇਰਾ ਨੌਕਰ ਅਧਰੱਕਾ ਹੈ। ਅਧਰੱਕਾ ਉਹਦਾ ਨਾਂ ਸੀ। ਕਹਿਣ ਲੱਗੇ, ਇਹਦੇ ਪੈਰਾਂ ਦੇ ਉੱਤੇ ਸਿਰ ਰੱਖ ਕੇ ਮੱਥਾ ਟੇਕ ਜੌਹਰੀਆ। ਪਟਨੇ ਸ਼ਹਿਰ ਦਾ ਸਭ ਤੋਂ ਧਨਾਢ ਬੰਦਾ ਸੀ ਸਾਲਸਰਾਏ ਜੌਹਰੀ, ਸਭ ਤੋਂ ਅਮੀਰ ਬੰਦਾ। ਬੜਾ ਔਖਾ ਹੁੰਦਾ ਆਪਣੇ ਨੌਕਰ ਦੇ ਅੱਗੇ ਝੁਕਣਾ ਅਮੀਰ ਆਦਮੀ ਵਾਸਤੇ। ਜਦੋਂ ਮਹਾਰਾਜ ਨੇ ਆਖਿਆ ਆਪਣੇ ਨੌਕਰ ਦੇ, ਜਿਹਦੇ ਸਿਰ ਤੇ ਤੂੰ ਫਲਾਂ ਦੀ ਟੋਕਰੀ ਚੁਕਾ ਕੇ ਰਿਹਾ, ਇਹਦੇ ਪੈਰਾਂ ਦੇ ਉੱਤੇ ਸਿਰ ਰੱਖ ਕੇ ਮੱਥਾ ਟੇਕ। ਸਾਲਸਰਾਏ ਜੌਹਰੀ ਨੇ ਫਿਰ ਸਿਰ ਰੱਖ ਕੇ ਮੱਥਾ ਟੇਕਿਆ। ਉਹ ਬਾਹਰੋਂ ਵੀ ਝੁਕਿਆ, ਉਹਦਾ ਅੰਦਰ ਵੀ ਨੀਵਾਂ ਹੋਇਆ।
ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਲਸਰਾਏ ਜੌਹਰੀ ਉੱਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਪਾਈ, ਉਹਨੂੰ ਨਿਹਾਲ ਕਰ ਦਿੱਤਾ, ਉਸ ਨੂੰ ਗਿਆਨ ਬਖਸ਼ ਦਿੱਤਾ, ਆਤਮਿਕ ਗਿਆਨੀ ਬਣਾ ਦਿੱਤਾ। ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਫਿਰ ਜੌਹਰੀ ਨੇ ਆਖਿਆ ਕਿ ਮਹਾਰਾਜ ਹੁਣ ਬਾਹਰ ਹੀ ਬੈਠੇ ਰਹੋਗੇ, ਸ਼ਹਿਰ ਤੋਂ ਬਾਹਰ ਹੀ? ਕਿਰਪਾ ਕਰੋ, ਤੁਹਾਡਾ ਬਖਸ਼ਿਆ ਮਹਿਲ ਹੈ, ਘਰ ਹੈ, ਹਵੇਲੀ ਵਿੱਚ ਚਰਨ ਪਾਓ। ਆਪਣੇ ਘਰੇ ਲੈ ਕੇ ਗਿਆ। ਫਿਰ ਕਈ ਦਿਨ ਗੁਰੂ ਸਾਹਿਬ ਜੀ ਸਾਲਸਰਾਏ ਜੌਹਰੀ ਦੀ ਹਵੇਲੀ ਵਿੱਚ ਰਹੇ। ਉਹਦੇ ਘਰ ਵਿੱਚ ਮਹਾਰਾਜ ਨੇ ਕੀਰਤਨ ਕੀਤਾ। ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਮਹਾਰਾਜ ਦੇ ਨਾਲ ਹਨ। ਸੰਗਤਾਂ ਸ਼ਹਿਰ ਦੀਆਂ ਜੁੜਨ ਲੱਗੀਆਂ, ਲੰਗਰ ਦਾ ਪ੍ਰਵਾਹ ਚੱਲਣ ਲੱਗਾ। ਕਈ ਦਿਨ ਗੁਰੂ ਸਾਹਿਬ ਜੀ ਨੇ ਦਰਸ਼ਨ ਦੇ ਕੇ, ਉਪਦੇਸ਼ ਦੇ ਕੇ, ਆਪਣੀ ਰਸਨਾ ਤੋਂ ਗੁਰਬਾਣੀ ਦਾ ਕੀਰਤਨ ਸੁਣਾ ਕੇ ਸਾਲਸਰਾਏ ਜੌਹਰੀ ਨੂੰ ਤੇ ਪਟਨੇ ਸ਼ਹਿਰ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ, ਕਿਰਤਾਰਥ ਕੀਤਾ। ਹੁਣ ਕਈਆਂ ਦਿਨਾਂ ਬਾਅਦ ਗੁਰੂ ਸਾਹਿਬ ਜੀ ਫਿਰ ਅੱਗੇ ਚੱਲਣ ਲੱਗੇ। ਇਹ ਬੇਨਤੀ ਕਰਦਾ, ਮਹਾਰਾਜ ਫੇਰ ਕਦੋਂ ਆਓਗੇ? ਸਤਿਗੁਰੂ ਕਹਿੰਦੇ ਫੇਰ ਤਾਂ ਨਹੀਂ ਆਉਣਾ। ਕਹਿੰਦਾ ਜੇ ਫੇਰ ਨਹੀਂ ਆਉਣਾ ਤੇ ਮਹਾਰਾਜ ਜਾਣਾ ਕੀ ਕਰਨ ਨੂੰ ਹੈ? ਫਿਰ ਜਾਓ ਹੀ ਨਾ। ਸਤਿਗੁਰੂ ਕਹਿੰਦੇ ਨਹੀਂ, ਜਾਣਾ ਵੀ ਹੈ ਕਿ ਹੋਰ ਵੀ ਥਾਵਾਂ ਦੇ ਉੱਤੇ ਲੁਕਾਈ ਨੂੰ ਉਪਦੇਸ਼ ਦੇਣਾ ਹੈ। ਚੜਿਆ ਸੋਧਣ ਧਰਤ ਲੁਕਾਈ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ। ਕਹਿੰਦਾ ਮਹਾਰਾਜ ਜੇ ਫੇਰ ਨਹੀਂ ਆਉਣਾ ਹੈ ਤੇ ਫਿਰ ਜਾਣਾ ਹੀ ਕਾਹਨੂੰ ਹੈ? ਫਿਰ ਇੱਥੇ ਹੀ ਰਹੋ। ਬੜਾ ਆਨੰਦ ਬਣਿਆ ਹੋਇਆ ਹੈ। ਸੰਗਤਾਂ ਗੁਰਬਾਣੀ ਸੁਣਦੀਆਂ, ਆਪ ਜੀ ਦੇ ਦਰਸ਼ਨ ਕਰਦੀਆਂ, ਉਪਦੇਸ਼ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ, ਲੰਗਰ ਚੱਲਣ ਲੱਗ ਪਏ। ਮੇਰੀ ਇੱਛਾ ਇਸੇ ਤਰ੍ਹਾਂ ਹੀ ਇਹ ਪ੍ਰਵਾਹ ਚੱਲਦਾ ਰਹੇ। ਫਿਰ ਉਹਦਾ ਪ੍ਰੇਮ ਵੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਸੀ ਸਾਲਸਰਾਏ ਜੌਹਰੀ ਦੇ ਨਾਲ ਵੀ ਜਿਹੜੀ ਤੇਰੀ ਭਾਵਨਾ ਇਹ ਪੂਰੀ ਹੋਵੇਗੀ, ਇਸੇ ਤਰ੍ਹਾਂ ਕਥਾ ਕੀਰਤਨ ਦਾ ਪ੍ਰਵਾਹ ਇੱਥੇ ਚੱਲੇਗਾ, ਇਸੇ ਤਰ੍ਹਾਂ ਲੰਗਰ ਦਾ ਪ੍ਰਵਾਹ ਚੱਲੇਗਾ। ਤੇਰੇ ਪ੍ਰੇਮ ਨੂੰ ਵੇਖ ਕਰਕੇ ਅਸੀਂ 10ਵਾਂ ਜਾਮਾ ਇੱਥੇ ਆ ਕੇ ਧਾਰਨ ਕਰਾਂਗੇ, ਅਸੀਂ 10ਵਾਂ ਸਰੂਪ ਇੱਥੇ ਪ੍ਰਗਟ ਕਰਾਂਗੇ। ਜੋ ਜਗਤ ਗੁਰੂ ਜੀ ਨੇ ਬਚਨ ਕੀਤਾ ਸੀ, ਇਸੇ ਕਰਕੇ ਫਿਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 1664 ਈਸਵੀ ਨੂੰ ਮਹਾਰਾਜ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਲੀ 1664 ਈਸਵੀ ਨੂੰ ਸੱਚਖੰਡ ਪਿਆਨੇ ਤੋਂ ਪਹਿਲਾਂ 5 ਪੈਸੇ ਨਾਲੀਏਰ ਮੰਗਾ ਕਰਕੇ ਤੇ ਧਿਆਨ ਧਰ ਕੇ ਗੁਰਿਆਈ ਬਖਸ਼ਿਸ਼ ਕੀਤੀ। ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। 1 ਸਾਲ 22 ਮੰਜੀਆਂ ਲੱਗੀਆਂ ਰਹੀਆਂ। ਮੱਖਣ ਸ਼ਾਹ ਲਵਾਣੇ ਸਿੱਖ ਨੇ ਆ ਕਰਕੇ ਸਾਰਿਆਂ ਨੂੰ ਪਰਖਿਆ ਤੇ ਨਾਵੇਂ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ, ਗੁਰ ਲਾਧੋ ਰੇ, ਗੁਰ ਲਾਧੋ ਰੇ। ਤਾਂ ਉਸ ਵੇਲੇ ਮਹਾਰਾਜ ਸਾਹਿਬ ਜੀ 1665 ਈਸਵੀ ਸੰਨ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪ੍ਰਗਟ ਹੋਏ। ਫਿਰ ਉੱਥੋਂ ਚੱਲੇ ਅੰਮ੍ਰਿਤਸਰ ਸਾਹਿਬ ਪਹੁੰਚਣਾ, ਵੱਲੇ ਪਹੁੰਚਣਾ, ਵੱਖ-ਵੱਖ ਥਾਵਾਂ ਤੇ ਠਹਿਰਦੇ ਹੋਏ ਪ੍ਰਵਾਸ ਸਮੇਤ ਸ੍ਰੀ ਕੀਰਤਪੁਰ ਸਾਹਿਬ ਜਾਣਾ, ਪਹਾੜੀਆਂ ਤੋਂ ਜ਼ਮੀਨ ਮੁੱਲ ਖਰੀਦ ਕਰਕੇ ਨਗਰ ਵਸਾਉਣਾ, ਸ੍ਰੀ ਆਨੰਦਪੁਰ ਸਾਹਿਬ। ਕਈਆਂ ਗੁਰਮੁਖਾਂ ਨੇ ਐਸਾ ਵੀ ਲਿਖਿਆ, ਪਹਿਲਾਂ ਮਾਤਾ ਜੀ ਦੇ ਨਾਮ ਤੇ ਇਸ ਨਗਰ ਦਾ ਨਾਮ ਰੱਖਿਆ ਚੱਕ ਨਾਨਕੀ, ਆਪਣੇ ਮਾਤਾ ਨਾਨਕੀ ਜੀ ਦੇ ਨਾਮ ਤੇ ਵਸਾ ਕੇ ਕੁਝ ਮਹੀਨੇ ਉੱਥੇ ਠਹਿਰ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਫਿਰ ਉੱਥੋਂ ਪੂਰਬ ਵੱਲ ਨੂੰ ਜਾਣਾ। ਔਰ 6 ਮਹੀਨੇ ਦੇ ਲਗਭਗ ਤ੍ਰਿਵੇਣੀ ਤੇ ਮਹਾਰਾਜ ਨੇ ਪੜਾ ਕਰਨਾ। ਔਰ ਉੱਥੇ ਹੀ ਮਾਤਾ ਨਾਨਕੀ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਾਤਾ ਜੀ ਨੇ ਬਚਨ ਕਰਨਾ ਕਿ ਪੁੱਤਰ ਤੁਹਾਡੇ ਵਿਆਹ ਨੂੰ ਵੀ ਕਾਫੀ ਸਮਾਂ ਹੋ ਗਿਆ ਹੈ, 30 ਦਹਾਕਿਆਂ ਤੋਂ ਵੱਧ ਸਮਾਂ ਹੋ ਗਿਆ ਸੀ, 32 ਸਾਲ ਦੇ ਲਗਭਗ। ਤੁਹਾਡੇ ਵਿਆਹ ਨੂੰ ਵੀ ਕਾਫੀ ਸਮਾਂ ਹੋ ਗਿਆ ਹੈ ਤੇ ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਨੂੰ ਬਚਨ ਕੀਤਾ ਸੀ ਕਿ ਹੇ ਨਾਨਕੇ ਤੂੰ ਆਪਣੇ ਮਹਾਬਲੀ ਪੋਤਰੇ ਦੇ ਦਰਸ਼ਨ ਕਰੇਂਗੀ। ਮੈਨੂੰ ਆਪਣੇ ਮਹਾਬਲੀ ਪੋਤਰੇ ਦੇ ਕਦੋਂ ਦੀਦਾਰ ਪ੍ਰਾਪਤ ਹੋਣਗੇ? ਇਹ ਤ੍ਰਿਵੇਣੀ ਵਾਲੇ ਥਾਂ ਤੇ ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਕਿ ਮਾਤਾ ਜੀ ਆਪਾਂ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ, ਗੁਰਬਾਣੀ ਦਾ ਓਟ ਆਸਰਾ ਲੈਂਦੇ ਹਾਂ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨਗੇ। ਮਾਤਾ ਜੀ ਤੁਸੀਂ ਛੇਤੀ ਹੀ ਆਪਣੇ ਮਹਾਬਲੀ ਪੋਤਰੇ ਦੇ ਦੀਦਾਰ ਪਾਓਗੇ। ਫਿਰ ਤ੍ਰਿਵੇਣੀ ਤੇ ਸ੍ਰੀ ਅਖੰਡ ਪਾਠ ਸਾਹਿਬ ਹੋਇਆ। ਸਾਧ ਸੰਗਤ ਜੀ, ਜੋ ਭਾਈ ਬੰਨੋ ਜੀ 5ਵੇਂ ਮਹਾਰਾਜ ਦੇ ਸਿੱਖ ਸੀ ਨਾ,
ਜਿਹੜਾ ਪਹਿਲਾ ਪਾਵਨ ਸਰੂਪ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਾਇਆ, ਜਿਸ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੀਤਾ ਸੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਸਾਹਿਬ ਥਾਪਿਆ ਸੀ। ਉਸ ਪਾਵਨ ਸਰੂਪ ਦੀ ਜਦੋਂ ਜਿਲਦ ਬਣਾਉਣ ਦੀ ਸੇਵਾ ਭਾਈ ਬੰਨੋ ਜੀ ਨੂੰ ਮਿਲੀ ਸੀ, ਉਹਨਾਂ ਨੇ ਹੋਰ ਉਤਾਰਾ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ। ਉਸ ਸਰੂਪ ਤੋਂ ਅੱਗੇ ਜਿਹੜੇ ਉਤਾਰੇ ਹੋਏ ਉਹਨੂੰ ਭਾਈ ਬੰਨੋ ਜੀ ਵਾਲੀਆਂ ਬੀੜਾਂ ਆਖਿਆ। ਭਾਈ ਬੰਨੋ ਜੀ ਵਾਲੇ ਉਹ ਸਰੂਪ। ਉਸ ਪਾਵਨ ਸਰੂਪ ਤੋਂ ਤ੍ਰਿਵੇਣੀ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਕਹਿਣ ਤੇ ਗੁਰਸਿੱਖਾਂ ਨੇ ਅਖੰਡ ਪਾਠ ਸਾਹਿਬ ਕੀਤਾ। ਉਹ 5 ਪਾਠੀ ਜਿਹੜੇ ਲੱਗੇ ਸੀ ਬ੍ਰਹਮ ਗਿਆਨੀ ਗੁਰਮੁਖ ਪਿਆਰੇ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਔਰ ਭਾਈ ਮਨੀ ਸਿੰਘ ਜੀ। ਉਸ ਵੇਲੇ ਭਾਵੇਂ ਭਾਈ ਮਨੀ ਸਿੰਘ ਜੀ ਦਾ ਨਾਮ ਭਾਈ ਮਨੀ ਸਿੰਘ ਨਹੀਂ ਸੀ, ਭਾਈ ਮਨੀਆ ਸੀ ਨਾਮ। ਦਸਮ ਪਾਤਸ਼ਾਹ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਫਿਰ ਨਾਮ ਹੋਇਆ ਭਾਈ ਮਨੀ ਸਿੰਘ, ਜਿਹੜੇ ਬਾਅਦ ਵਿੱਚ ਬੰਦ ਜਿਨ੍ਹਾਂ ਨੇ ਕਟਾਇਆ। ਔਰ ਇਹਨਾਂ ਨੇ ਸਿੱਖੀ ਪ੍ਰਾਪਤ ਕੀਤੀ ਸੀ 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਪਾਸੋਂ। ਇਹ 7ਵੇਂ ਪਾਤਸ਼ਾਹ ਦੇ ਚਰਨਾਂ 'ਚ ਵੀ ਰਹੇ ਭਾਈ ਮਨੀਆ ਜੀ, 8ਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਵੀ ਰਹੇ, 9ਵੇਂ ਪਾਤਸ਼ਾਹ ਦੀ ਹਜ਼ੂਰੀ 'ਚ ਮੁਖੀ ਸਿੱਖਾਂ ਵਜੋਂ ਰਹੇ। ਇਹ ਪਾਠੀ ਲੱਗੇ ਸੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਸਕੇ ਭਰਾ ਸੀ, ਜਿਹੜੇ ਬਾਅਦ ਵਿੱਚ ਚਾਂਦਨੀ ਚੌਕ ਹੋਈ ਦੇਗ ਵਿੱਚ ਉਬਲੇ। ਭਾਈ ਮਤੀ ਦਾਸ ਜਿਹੜੇ ਆਰੇ ਨਾਲ ਬਾਅਦ ਚ ਚੀਰੇ ਗਏ। ਭਾਈ ਸਤੀ ਦਾਸ ਜਿਹੜੇ ਰੂੰ ਵਿੱਚ ਲਪੇਟ ਕੇ ਚਾਂਦਨੀ ਚੌਕ ਸ਼ਹੀਦ ਕੀਤੇ ਗਏ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਮਨੀਆ ਜੀ, ਜਿਨ੍ਹਾਂ ਦਾ ਬਾਅਦ ਚ ਨਾਮ ਭਾਈ ਮਨੀ ਸਿੰਘ ਹੋਇਆ। ਤੇ 5ਵੇਂ ਸਨ ਬਾਬਾ ਗੁਰਦਿੱਤਾ ਜੀ। ਇਹ ਬਾਬਾ ਗੁਰਦਿੱਤਾ ਜੀ ਵੀ ਬ੍ਰਹਮ ਗਿਆਨੀ ਗੁਰਮੁਖ ਪਿਆਰੇ, ਇਹ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਸਨ, ਜਿਨ੍ਹਾਂ ਨੇ 9ਵੇਂ ਪਾਤਸ਼ਾਹ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪ੍ਰਗਟ ਹੋਏ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਨੇ ਗੁਰਿਆਈ ਦਾ ਤਿਲਕ ਲਾਇਆ ਸੀ ਉਸ ਵੇਲੇ 9ਵੇਂ ਪਾਤਸ਼ਾਹ ਨੂੰ। ਇਹ ਵੀ ਪਾਠੀ ਲੱਗੇ ਸਨ। ਇਹਨਾਂ 5 ਨੇ ਫਿਰ ਅਖੰਡ ਪਾਠ ਸਾਹਿਬ ਦੀ ਸੇਵਾ ਨਿਭਾਈ, ਪਾਠ ਕੀਤਾ ਤੇ ਅਰਦਾਸ ਹੋਈ ਆਦ ਵਿੱਚ, ਆਰੰਭ ਵਿੱਚ, ਮੱਧ ਵਿੱਚ ਤੇ ਭੋਗ ਤੇ ਵੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਕਰੋ। ਧੰਨ ਮਾਤਾ ਨਾਨਕੀ ਜੀ, ਤਿੰਨਾਂ ਨੂੰ ਪੋਤਰੇ ਦੇ ਦਾਤ ਬਖਸ਼ਿਸ਼ ਕਰੋ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰੀ ਜੀ, ਤਿੰਨਾਂ ਨੂੰ ਸਾਹਿਬਜ਼ਾਦੇ ਦੀ ਬਖਸ਼ਿਸ਼ ਕਰੋ। ਇਹ ਇਲਾਹਾਬਾਦ ਤ੍ਰਿਵੇਣੀ ਦੇ ਉੱਤੇ ਜਦੋਂ ਅਖੰਡ ਪਾਠ ਸਾਹਿਬ ਹੋਇਆ, ਉੱਥੇ ਅਰਦਾਸ ਕੀਤੀ ਇਹਨਾਂ ਗੁਰਸਿੱਖਾਂ ਨੇ ਅਖੰਡ ਪਾਠ ਸਾਹਿਬ ਕਰਕੇ। ਇਹ ਸਾਡੇ ਵਾਸਤੇ ਪੂਰਨੇ ਪਾਏ ਵੀ ਗੁਰਸਿੱਖੋ, ਕੋਈ ਵੀ ਸੰਸਾਰੀ ਪਦਾਰਥ ਚਾਹੀਦਾ ਹੈ, ਪਰਮਾਰਥੀ ਚਾਹੀਦਾ ਹੈ, ਗੁਰੂ ਕੀ ਬਾਣੀ ਪੜੋ, ਗੁਰੂ ਕੇ ਚਰਨਾਂ 'ਚ ਅਰਦਾਸ ਕਰੋ ਤੇ ਵਾਹਿਗੁਰੂ ਕਿਰਪਾ ਕਰੇਗਾ। ਕੀਤਾ ਲੋੜੀਐ ਕੰਮ ਸੋ ਹਰਿ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਉਸ ਥਾਂ ਦੇ ਉੱਤੇ ਉਹਦਾ ਜ਼ਿਕਰ ਫਿਰ ਮਹਾਰਾਜ ਨੇ ਕੀਤਾ ਹੈ ਕਿ ਆਨੰਦਪੁਰ ਸਾਹਿਬ ਵਸਾ ਕੇ ਜਦੋਂ ਸਾਡੇ ਪਿਤਾ ਜੀ, ਮਾਤਾ ਜੀ, ਪਰਿਵਾਰ ਸਾਰਾ ਪੂਰਬ ਵੱਲ ਨੂੰ ਗਏ ਤੇ ਤ੍ਰਿਵੇਣੀ ਤੇ ਸਾਡੇ ਮਾਤਾ ਗੁਜਰੀ ਜੀ ਨੂੰ ਸਾਡਾ ਪ੍ਰਕਾਸ਼ ਪ੍ਰਾਪਤ ਹੋਇਆ। ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਉੱਥੇ ਅਸੀਂ ਪ੍ਰਕਾਸ਼ ਧਾਰਨ ਕੀਤਾ, ਅਵਤਾਰ ਲਿਆ। ਪ੍ਰਕਾਸ਼ ਪ੍ਰਾਪਤ ਤ੍ਰਿਵੇਣੀ ਵਾਲੇ ਥਾਂ ਤੇ ਮਾਤਾ ਜੀ ਨੂੰ ਪ੍ਰਾਪਤ ਹੋਇਆ ਸਾਡਾ। ਔਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਾਲਸਰਾਏ ਦੇ ਨਾਲ ਬਚਨ ਕੀਤਾ ਸੀ, ਇਸੇ ਕਰਕੇ 9ਵੇਂ ਪਾਤਸ਼ਾਹ ਸਮੇਤ ਪਰਿਵਾਰ ਦੇ ਆਨੰਦਪੁਰ ਸਾਹਿਬ ਤੋਂ ਚੱਲੇ, ਜਿਹਦਾ ਜ਼ਿਕਰ ਕਲਗੀਧਰ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਦੇ 7ਵੇਂ ਅਧਿਆਏ ਵਿੱਚ ਕੀਤਾ ਹੈ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀ ਪ੍ਰਕਾਸ਼ ਹਮਾਰਾ ਭਇਓ। ਉਥੇ ਤ੍ਰਿਵੇਣੀ ਵਾਲੇ ਥਾਂ ਤੇ ਜਿੱਥੇ ਤੁਰਕੀ ਬਾਣੀ ਦਾ ਅਖੰਡ ਪਾਠ ਸਾਹਿਬ ਹੋਇਆ ਤੇ ਅਰਦਾਸ ਹੋਈ, ਮਾਤਾ ਜੀ ਨੂੰ ਸਾਡਾ ਪ੍ਰਕਾਸ਼ ਪ੍ਰਾਪਤ ਹੋਇਆ। ਤਹੀ ਪ੍ਰਕਾਸ਼ ਹਮਾਰਾ ਭਇਓ। ਜਦੋਂ ਪਟਨਾ ਸ਼ਹਿਰ ਵਿੱਚ ਪਹੁੰਚੇ ਤੇ ਉਸੇ ਹਵੇਲੀ ਦੇ ਵਿੱਚ ਸਾਲਸਰਾਏ ਜੌਹਰੀ ਦੇ ਘਰ ਦੇ ਵਿੱਚ ਜਿੱਥੇ ਜਗਤ ਗੁਰੂ ਪਹਿਲੇ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ 10ਵਾਂ ਜਾਮਾ ਇੱਥੇ ਧਾਰਨ ਕਰਾਂਗੇ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨੇ ਸ਼ਹਿਰ ਦੇ ਵਿੱਚ ਪ੍ਰਕਾਸ਼ ਧਾਰਿਆ। ਈਸਵੀ ਸਨ 1666, 22 ਦਸੰਬਰ ਨੂੰ ਬਿਕਰਮੀ ਸੰਮਤ 1723 23 ਪੋਹ ਵਾਲਾ ਦਿਨ
ਤੇ ਪੋਹ ਸੁਦੀ 7ਵੀਂ। ਮੱਸਿਆ ਤੋਂ ਅਗਲੇ ਦਿਨ ਸੁਦੀ ਏਕਮ ਹੁੰਦੀ ਹੈ ਤੇ 7ਵੇਂ ਦਿਨ ਫਿਰ 7ਵੀਂ। ਪੋਹ ਸੁਦੀ 7ਵੀਂ ਵਾਲੇ ਦਿਨ ਕਲਗੀਧਰ ਪਾਤਸ਼ਾਹ ਨੇ ਪ੍ਰਕਾਸ਼ ਧਾਰਿਆ, ਜਿਹੜਾ ਦਿਹਾੜਾ ਸਾਧ ਸੰਗਤ ਜੀ ਕੱਲ ਨੂੰ ਆ ਰਿਹਾ ਹੈ। ਕੱਲ ਨੂੰ 9 ਤਰੀਕ ਨੂੰ ਦਸ਼ਮੇਸ਼ ਪਾਤਸ਼ਾਹ ਜੀ ਦੇ ਪ੍ਰਕਾਸ਼ ਧਾਰਨ ਦਾ ਦਿਹਾੜਾ ਹੈ। ਪੋਹ ਸੁਦੀ 7ਵੀਂ ਦਾ ਦਿਹਾੜਾ ਹੈ। ਤੋ ਜਿਸ ਦੇ ਖੁਸ਼ੀ ਦੇ ਵਿੱਚ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ। ਸੋ ਤੁਰਕੀ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸੋ ਲੜੀਵਾਰ ਰੂਪ ਦੇ ਵਿੱਚ ਜੋ ਸਤਿਗੁਰੂ ਜੀ ਨੇ ਅੱਜ ਦਾ ਪਵਿੱਤਰ ਸ਼ਬਦ ਬਖਸ਼ਿਸ਼ ਕੀਤਾ ਹੈ ਰਾਮਕਲੀ ਰਾਗ ਦੇ ਅੰਦਰ 910 ਅੰਗ ਤੇ ਇਹ ਅਸ਼ਟਪਦੀਆਂ ਤੀਜੇ ਪਾਤਸ਼ਾਹ ਜੀ ਦੀਆਂ, ਔਰ ਅਸ਼ਟਪਦੀਆਂ ਦੇ ਵਿੱਚੋਂ ਸਤਿਗੁਰੂ ਤੀਜੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਕਲੀ ਮਹੱਲਾ ਤੀਜਾ। ਰਾਮਕਲੀ ਰਾਗ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਗੁਰੇ ਅਮਰਦਾਸ ਪਰਸੀਐ ਪਹੁਮ ਪਾਤਕ ਬਿਨਾਸੈ। ਭੱਟ ਸਾਹਿਬਾਨ ਕਹਿੰਦੇ ਜਿਸ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਰਸੀਏ ਨਾ, ਉਸ ਧਰਤੀ ਦੇ ਹੀ ਪਾਪ ਨਾਸ ਹੋ ਜਾਂਦੇ। ਜਿਵੇਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਦੋਂ ਇਹਦਾ ਨਾਮ ਗੋਇੰਦਵਾਲ ਸਾਹਿਬ ਨਹੀਂ ਸੀ, ਪਹਿਲਾਂ ਗੋਂਦਾ ਮਰਵਾਹਾ ਇੱਥੇ ਘਰ ਬਣਾਉਂਦਾ ਸੀ, ਨਗਰ ਵਸਾਉਣਾ ਚਾਹੁੰਦਾ ਸੀ। ਦਿਨੇ ਕੰਧਾਂ ਉਸਾਰਦਾ ਸੀ, ਰਾਤ ਨੂੰ ਢਹਿ ਜਾਂਦੀਆਂ ਸੀ, ਗੁਪਤਰੂਆਂ ਢਾਹ ਦਿੰਦੀਆਂ ਸਨ। ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਜਾ ਕੇ ਪਿਆ ਸੀ ਗੋਂਦਾ ਮਰਵਾਹਾ, ਉਹ ਗੋਂਦਾ ਖੱਤਰੀ। ਉਹਨੇ ਬੇਨਤੀ ਕੀਤੀ, ਮਹਾਰਾਜ ਅਸੀਂ ਦਿਨੇ ਕੰਧਾਂ ਉਸਾਰਦੇ ਹਾਂ, ਰਾਤ ਨੂੰ ਢਹਿ ਜਾਂਦੀਆਂ, ਕੋਈ ਗੁਪਤਰੂਆਂ ਦਾ ਵਾਸਾ ਹੈ, ਆਪ ਕਿਰਪਾ ਕਰੋ। ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਆਪਣੇ ਸੇਵਾਦਾਰ ਸੇਵਕ ਸਨ, ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਦੇ ਇਸ਼ਨਾਨ ਕਰਾਉਣ ਦੀ ਸੇਵਾ ਕਰਦੇ ਸਨ। 12 ਸਾਲ ਬਿਆਸ ਦਰਿਆ ਦੇ ਵਿੱਚੋਂ ਜਲ ਦੀ ਗਾਗਰ ਭਰ ਕੇ ਲਿਆਉਣੀ ਤੇ ਸਵਾ ਪਹਿਰ ਦੇ ਤੜਕੇ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਖਡੂਰ ਸਾਹਿਬ ਦੇ ਵਿੱਚ ਇਸ਼ਨਾਨ ਕਰਾਉਣਾ। ਉਸ ਮੌਕੇ ਤੇ ਮਹਾਰਾਜ ਸਾਹਿਬ ਜੀ ਨੂੰ 9 ਸਾਲ ਹੋ ਚੁੱਕੇ ਸਨ ਸੇਵਾ ਕਰਦਿਆਂ। ਜਦੋਂ ਭਾਈ ਗੋਂਦਾ ਮਰਵਾਹਾ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਪਹੁੰਚਿਆ, ਉਹਨੇ ਬੇਨਤੀ ਕਰਨੀ ਤੇ ਮਹਾਰਾਜ ਸਾਹਿਬ ਜੀ ਨੇ ਕਹਿਣਾ ਸ੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਕਿ ਪੁਰਖਾ ਤੁਸੀਂ ਇਹ ਭਾਈ ਗੋਂਦੇ ਦੇ ਨਾਲ ਜਾਓ ਤੇ ਉੱਥੇ ਜਿੰਨੀਆਂ ਗੁਪਤਰੂਆਂ ਉਹਨਾਂ ਨੂੰ ਉੱਥੋਂ ਬਾਹਰ ਕੱਢ ਕੇ ਤੇ ਉੱਥੇ ਨਗਰ ਦੀ ਮੋਹੜੀ ਗੱਡ ਕੇ ਆਓ, ਨਗਰ ਵਸਾ ਕੇ ਆਓ। ਆਪਣੇ ਹੱਥ ਦੇ ਵਿੱਚ ਇੱਕ ਸੋਟੀ ਫੜੀ ਹੋਈ ਸੀ ਗੁਰੂ ਅੰਗਦ ਸਾਹਿਬ ਜੀ ਨੇ, ਉਹ ਆਪਣੇ ਸੇਵਕ ਸ੍ਰੀ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਦੇ ਦੇਣੀ ਤੇ ਆਖਿਆ ਜੀ 7 ਬਚਨ। ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਤੇ ਤੁਰ ਪਏ। ਮਹਾਰਾਜ ਵੱਲੇ ਚਿਹਰਾ ਰੱਖ ਕੇ ਗਰੀਬ ਨਵਾਜ ਤੁਰਿਆ ਕਰਦੇ ਸਨ ਕਿੰਨੀ ਦੂਰ ਤੱਕ। ਫਿਰ ਮੱਥਾ ਟੇਕ ਕੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਇਆ ਤੇ ਇਧਰ ਨੂੰ ਚੱਲੇ। ਬਿਆਸ ਦਰਿਆ ਦੇ ਕੰਢੇ ਤੇ ਆ ਕਰਕੇ ਉਹ ਸੋਟੀ ਲੈ ਕਰਕੇ ਜਿੱਥੋਂ ਤੀਕ ਨਗਰ ਵਸਾਉਣਾ ਸੀ ਉੱਥੋਂ ਤੀਕ ਵਿਚਰੇ। ਤੇ ਲਿਖਿਆ ਇਤਿਹਾਸ ਦੇ ਵਿੱਚ ਵੀ ਜਿੰਨੀਆਂ ਗੁਪਤਰੂਆਂ ਸੀ ਉਹ ਸੋਟੀ ਦੇ ਵਿੱਚ ਉਹਨਾਂ ਨੂੰ ਸੇਕ ਪੈਂਦਾ ਸੀ, ਉਹ ਸਭ ਉੱਥੋਂ ਦੌੜ ਗਈਆਂ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਉਹ ਬਹੁਤੀਆਂ ਜਿਹੜੀਆਂ ਗੁਪਤਰੂਆਂ ਸੀ ਭੂਤ ਪ੍ਰੇਤ ਸੀ, ਸਭ ਦੂਰ ਕਰ ਦਿੱਤੇ। ਤੇ ਫਿਰ ਮਹਾਰਾਜ ਨੇ ਅਰਦਾਸ ਕੀਤੀ ਗੁਰੂ ਅਮਰਦਾਸ ਸਾਹਿਬ ਜੀ ਨੇ, ਭਾਈ ਗੋਂਦੇ ਨੂੰ ਨਾਲ ਲਿਆ ਤੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਨਾਮ ਲਿਆ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਨਾਮ ਲਿਆ। ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਵੀ ਇਹ ਨਗਰ ਵਸਾ ਰਹੇ ਹਾਂ। ਅਰਦਾਸ ਬੇਨਤੀ ਕਰਕੇ ਫਿਰ ਨਗਰ ਦੀ ਮੋਹੜੀ ਕੱਢੀ ਤੇ ਭਾਈ ਗੋਂਦੇ ਦੇ ਨਾਮ ਉੱਤੇ ਨਗਰ ਵਸਾਇਆ, ਨਾਮ ਰੱਖਿਆ ਗੋਇੰਦਵਾਲ। ਬਾਅਦ ਵਿੱਚ ਫਿਰ ਉਹਨੂੰ ਭਾਵਨਾ ਨਾਲ ਸੰਗਤਾਂ ਸ੍ਰੀ ਗੋਇੰਦਵਾਲ ਸਾਹਿਬ ਕਹਿਣ ਲੱਗੀਆਂ। ਇਹ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਰਸਨਾ ਤੋਂ ਭਾਈ ਗੋਂਦੇ ਦੇ ਨਾਮ ਦੇ ਉੱਤੇ ਉਸ ਨਗਰ ਦਾ ਨਾਮ ਗੋਇੰਦਵਾਲ ਰੱਖਿਆ। ਔਰ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਨਗਰ ਵਸਾਇਆ।
ਕਹਿਣ ਤੋਂ ਭਾਵ ਇਹ ਕਿ ਭੱਟ ਸਾਹਿਬਾਨ ਕਹਿੰਦੇ ਜਿਸ ਧਰਤੀ ਦੇ ਉੱਤੇ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਹੋ ਜਾਣ, ਉਸ ਧਰਤੀ ਦੇ ਵੀ ਪਾਪ ਦੂਰ ਹੋ ਜਾਂਦੇ, ਉਹ ਧਰਤੀ ਵੀ ਪਵਿੱਤਰ ਹੋ ਜਾਂਦੀ। ਗੁਰੇ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸੈ। ਪੋਹਮ ਕਹਿੰਦੇ ਧਰਤੀ ਨੂੰ, ਪਾਤਿਕ ਕਹਿੰਦੇ ਪਾਪਾਂ ਨੂੰ, ਬਿਨਾਸੈ ਕਹਿੰਦੇ ਨਾਸ ਹੋ ਜਾਂਦੇ। ਉਸ ਪ੍ਰਤੱਖ ਧਰਤੀ ਦੇ ਜਿਵੇਂ ਸ੍ਰੀ ਗੋਇੰਦਵਾਲ ਸਾਹਿਬ ਤੇ ਇਹਦੇ ਪਾਪ ਦੂਰ ਕੀਤੇ ਮਹਾਰਾਜ ਨੇ, ਇਸ ਨੂੰ ਪਵਿੱਤਰ ਕੀਤਾ, ਇਹ ਨਗਰ ਵਸਾਇਆ। ਪਹਿਲਾਂ ਉਹ ਕੰਧਾਂ ਉਸਾਰਦੇ ਸੀ, ਢਹਿ ਜਾਂਦੀਆਂ ਸੀ, ਉਸ ਤੋਂ ਬਾਅਦ ਨਹੀਂ ਟੱਠੀਆਂ। ਫਿਰ ਗੁਰੂ ਅੰਗਦ ਸਾਹਿਬ ਜੀ ਨੇ ਆਗਿਆ ਕੀਤੀ ਵੀ ਪੁਰਖਾ ਤੁਸੀਂ ਵੀ ਉੱਥੇ ਹੀ ਜਾ ਕੇ ਵਸੋ। ਮਹਾਰਾਜ ਨੇ ਵੀ ਇੱਥੇ ਆਪਣੀ ਰਿਹਾਇਸ਼ ਕੀਤੀ। ਫਿਰ ਗੁਰਤਾ ਗੱਦੀ ਦੇ ਮਾਲਕ ਬਣ ਕੇ ਪੱਕੇ ਤੌਰ ਤੇ ਗੋਇੰਦਵਾਲ ਸਾਹਿਬ ਦੇ ਵਿੱਚ ਰਹਿਣ ਲੱਗੇ। ਭਾਈ ਗੋਂਦੇ ਨੇ ਮਹਾਰਾਜ ਸਾਹਿਬ ਜੀ ਨੂੰ ਧਰਮਸ਼ਾਲਾ ਵਾਸਤੇ ਜਗ੍ਹਾ ਦਿੱਤੀ, ਆਪਣੇ ਗੁਰਸਿੱਖਾਂ ਨੂੰ ਵਸਾਉਣ ਵਾਸਤੇ ਬੇਨਤੀ ਕੀਤੀ, ਤੁਸੀਂ ਮਹਾਰਾਜ ਇੱਥੇ ਗੁਰਸਿੱਖਾਂ ਨੂੰ ਵਸਾਓ। ਫਿਰ ਸਤਿਗੁਰਾਂ ਨੇ ਇਹ ਘੁੱਗ ਵਸਦਾ ਨਗਰ ਵਸਾਇਆ, ਜਿਸ ਨਗਰ ਨੂੰ ਫਿਰ ਗੁਰਬਾਣੀ ਦੇ ਵਿੱਚ ਆਖਿਆ ਹੈ ਵੀ ਇਹ ਗੋਬਿੰਦ ਦੀ ਪੁਰੀ ਵਰਗਾ ਨਗਰ ਹੈ। ਗੁਰੇ ਅਮਰਦਾਸ ਪਰਸੀਐ ਪੋਹਮ ਪਾਤਿਕ ਬਿਨਾਸੈ। ਜਿੱਥੇ ਬਾਹਰਲੀ ਧਰਤੀ ਦੇ ਪਾਪ ਵਿਨਾਸ਼ ਹੁੰਦੇ, ਉੱਥੇ ਬੁੱਧੀ ਨੂੰ ਵੀ ਪੋਹਮ ਧਰਤੀ ਆਖਿਆ। ਬੁੱਧੀ ਰੂਪੀ ਧਰਤੀ ਦੇ ਵੀ ਪਾਪ ਨਾਸ ਹੋ ਜਾਂਦੇ ਧੰਨ ਗੁਰੂ ਅਮਰਦਾਸ ਸਾਹਿਬ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ। ਗੁਰੇ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ। ਸਿੱਧ ਤੇ ਸਾਧਕ ਸਾਧਨਾ ਕਰਨ ਵਾਲੇ ਵੀ ਸੰਸਿਆਂ ਤੋਂ ਰਹਿਤ ਹੋ ਜਾਂਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ। ਗੁਰੇ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕੇ। ਧਿਆਨ ਕਰੀਏ ਗੁਰੂ ਅਮਰਦਾਸ ਸਾਹਿਬ ਜੀ ਦਾ ਤੇ ਪਾ ਲਈਦੀ ਹੈ ਮੁਕਤੀ। ਗੁਰੇ ਅਮਰਦਾਸ ਪਰਸੀਐ ਆਪਹੁ ਲੱਭੈ ਗਉ ਚੁੱਕੇ। ਡਰ ਤੋਂ ਰਹਿਤ ਪਦਵੀ ਲੱਭ ਜਾਂਦੀ ਹੈ, ਆਵਾ ਗੌਣ ਚੁੱਕਿਆ ਜਾਂਦਾ, ਨਿਵਰਤ ਹੋ ਜਾਂਦਾ ਹੈ। ਐਸੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਾਮ ਕਲੀ ਰਾਗ ਅੰਦਰ ਉਚਾਰਨ ਕਰਦੇ ਹਨ। ਹਰਿ ਕੀ ਪੂਜਾ ਦੁਰਲਭ ਹੈ ਸੰਤੋ। ਗੁਰਮੁਖਾਂ ਨੇ, ਜਗਿਆਸੂ ਜਨਾਂ ਨੇ ਵਾਹਿਗੁਰੂ ਦੀ ਪੂਜਾ ਬਾਰੇ ਪੁੱਛਿਆ, ਅਥਵਾ ਜੋਗੀ ਲੋਕ ਜਿਹੜੇ ਉਹ ਮਹਾਰਾਜ ਦੀ ਸ਼ਰਨ ਵਿੱਚ ਆਏ ਸੀ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਪਰਮੇਸ਼ਰ ਦੀ ਪੂਜਾ ਦਾ ਪ੍ਰਕਰਨ ਦੱਸੋ। ਤੇ ਸਤਿਗੁਰੂ ਕਹਿੰਦੇ ਹਰਿ ਕੀ ਪੂਜਾ, ਜੋ ਹਰੀ ਦੀ ਪੂਜਾ ਕਰਨੀ ਹੈ ਨਾ, ਪੂਜਨ ਕਰਨਾ ਹੈ ਵਾਹਿਗੁਰੂ ਪਰਮੇਸ਼ਰ ਨੂੰ। ਦੁਲੰਭ ਹੈ ਸੰਤੋ, ਹੇ ਸੰਤ ਜਨੋ ਸ਼ਾਤ ਆਤਮਾ ਭਲੇ ਪੁਰਸ਼ੋ। ਵਾਹਿਗੁਰੂ ਪਰਮੇਸ਼ਰ ਦੀ ਪੂਜਾ, ਹਰੀ ਦੀ ਪੂਜਾ ਬਹੁਤ ਦੁਰਲੱਭ ਹੈ। ਦੁਲੰਭ ਤੋਂ ਭਾਵ ਹੈ ਕਠਨ ਲੱਭਣ ਵਾਲੀ ਹੈ, ਮੁਸ਼ਕਲ ਨਾਲ ਮਿਲਣ ਵਾਲੀ ਹੈ। ਦੁਰਲੱਭ ਹੈ ਵਾਹਿਗੁਰੂ ਪਰਮੇਸ਼ਰ ਦੀ ਪੂਜਾ, ਹੈ ਸੰਤ ਜਨੋ। ਕਹਿੜਾ ਕਛੂ ਨਾ ਜਾਈ। ਪ੍ਰਭੂ ਦੀ ਪੂਜਾ ਦੇ ਕਥਨ ਕਰਨ ਦੇ ਵਿੱਚ ਕੁਝ ਵੀ ਕਿਹਾ ਨਹੀਂ ਜਾ ਸਕਦਾ, ਕਥਨ ਨਹੀਂ ਕੀਤਾ ਜਾ ਸਕਦਾ ਪਰਮੇਸ਼ਰ ਵਾਹਿਗੁਰੂ ਜੀ ਦੀ ਪੂਜਾ ਬਾਰੇ। ਗੁਰਮੁਖ ਪੂਰਾ ਪਾਈ। ਇਹ ਸੰਤ ਜਨੋ ਜਿਹੜੇ ਗੁਰੂ ਕੀ ਸ਼ਰਨ ਵਿੱਚ ਪੈਂਦੇ ਆ, ਗੁਰਮੁਖ ਹੁੰਦੇ ਆ, ਉਹ ਗੁਰੂ ਸਾਹਿਬ ਜੀ ਦੇ ਪਾਸੋਂ ਪ੍ਰਭੂ ਦੀ ਪੂਜਾ ਕਰਨ ਦਾ ਪੂਰਾ ਗਿਆਨ ਪ੍ਰਾਪਤ ਕਰਦੇ ਆ। ਸੰਤੋ ਗੁਰਮੁਖ ਪੂਰਾ ਪਾਈ। ਇਹ ਸੰਤ ਜਨੋ ਗੁਰੂ ਮੁਖ ਦੁਆਰਾ ਉਪਦੇਸ਼ ਲੈ ਕਰਕੇ ਧਾਰਨ ਕਰਨ ਵਾਲੇ, ਕਮਾਈ ਕਰਨ ਵਾਲੇ ਗੁਰਮੁਖ, ਉਹ ਗੁਰੂ ਸਾਹਿਬ ਜੀ ਦੇ ਪਾਸੋਂ ਪੂਰਾ ਗਿਆਨ ਪ੍ਰਾਪਤ ਕਰਦੇ। ਉਹਨਾਂ ਨੂੰ ਪੂਰਾ ਪਰਮੇਸ਼ਰ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਪੂਜ ਕਰਾਈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਤਾਂ ਨਾਮ ਦੁਆਰਾ ਹੀ ਪ੍ਰਭੂ ਦੀ ਪੂਜਾ ਕਰਾਈ ਹੈ। ਸਾਨੂੰ ਤਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਨਾਮ ਦੁਆਰਾ ਹੀ ਪ੍ਰਭੂ ਦਾ ਪੂਜਨ ਕਰਵਾਇਆ ਹੈ। ਮਹਾਰਾਜ ਨੇ ਆਖਿਆ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜਨਾ ਹੋਏ। ਇਹ ਭਾਈ ਜੇ ਪੂਜਾ ਕਰਨੀ ਹੈ ਪ੍ਰਭੂ ਦੀ ਤੇ ਨਾਮ ਧਿਆਓ, ਨਾਮ ਜਪੋ, ਨਾਮ ਦੀ ਆਰਾਧਨਾ ਕਰੋ। ਨਾਮ ਤੋਂ ਬਿਨਾ ਪੂਜਾ ਹੋ ਹੀ ਨਹੀਂ ਸਕਦੀ ਹੈ। ਆਮ ਸੰਸਾਰੀ ਲੋਕ ਸੰਸਾਰੀ ਪਦਾਰਥਾਂ ਦੇ ਨਾਲ ਪੂਜਾ ਕਰਦੇ ਹਨ, ਪਰ ਮਾਇਕੀ ਪਦਾਰਥਾਂ ਦੇ ਨਾਲ ਉਹ ਨਿਰੰਕਾਰ ਦੀ ਪ੍ਰਭੂ ਦੀ ਪੂਜਾ ਨਹੀਂ ਹੋ ਸਕਦੀ ਹੈ। ਸੋ ਮਹਾਰਾਜ ਕਹਿੰਦੇ ਸਭ ਤੋਂ ਸ੍ਰੇਸ਼ਟ ਪ੍ਰਭੂ ਦਾ ਨਾਮ ਹੈ। ਨਾਮੋ ਪੂਜ ਕਰਾਈ, ਬਿਨ ਨਾਵੇ ਪੂਜ ਨਾ ਹੋਏ। ਨਾਮ ਦੁਆਰਾ ਹੀ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਪ੍ਰਭੂ ਦੀ ਪੂਜਾ ਕਰਾਉਣਾ ਕੀਤੀ ਹੈ। ਵਿਸਰਾਮ ਦੇ ਕਰਕੇ ਫਰਮਾਉਂਦੇ ਹਨ। ਹਰ ਬਿਨ
ਸਭ ਕੇਸ਼ ਪਹਿਲਾ ਸੰਤਹੁ। ਹੇ ਸ਼ਾਂਤ ਆਤਮਾ ਸੰਤ ਜਨੋ ਭਲੇ ਪੁਰਸ਼ੋ ਜਗਿਆਸੂਓ, ਹਰੀ ਪਰਮੇਸ਼ਰ ਤੋਂ ਬਿਨਾ ਸਾਰਾ ਕੁਝ ਹੀ ਮੈਲਾ ਹੈ, ਅਥਵਾ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਾਰਾ ਕੁਝ ਹੀ ਮੈਲਾ ਹੈ, ਮਾਇਕੀ ਪਦਾਰਥ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਕਿ ਹੇ ਪ੍ਰਭੂ, ਜੇ ਦੁੱਧ ਦੀ ਖੀਰ ਬਣਾ ਕਰਕੇ ਤੈਨੂੰ ਭੇਟ ਕਰਾਂ ਤੇ ਦੁੱਧ ਤਾਂ ਪਹਿਲਾਂ ਹੀ ਮੱਝ ਗਾਂ ਦੇ ਉਹ ਵੱਛੇ ਕੱਟੇ ਨੇ ਚੁੰਘਿਆ ਹੋਇਆ ਹੈ, ਉਹ ਤਾਂ ਪਹਿਲਾਂ ਹੀ ਉਹਨੇ ਝੂਠਾ ਕੀਤਾ ਹੋਇਆ ਹੈ। दूध ਤਾਂ ਬਸ਼ਰੈ ਥਨਹੁ ਬਿਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ। ਜੇ ਫੁੱਲ ਤੋੜ ਕਰਕੇ ਤੇਰੀ ਪੂਜਾ ਕਰਾਂ ਤੇ ਫੁੱਲਾਂ ਦੀ ਸੁਗੰਧੀ ਤਾਂ ਪਹਿਲਾਂ ਭੌਰੇ ਨੇ ਲਈ ਹੋਈ ਹੈ, ਭੌਰੇ ਨੇ ਪਹਿਲਾਂ ਹੀ ਫੁੱਲ ਝੂਠੇ ਕੀਤੇ ਹੋਏ ਹਨ, ਫੂਲ ਭਵਰ। ਤੇ ਜੇ ਜਲ ਦੁਆਰਾ ਤੇ ਜਲ ਮੀਨ ਬਿਗਾਰਿਓ, ਜਲ ਵਿੱਚ ਤਾਂ ਮੱਛੀਆਂ ਪਹਿਲਾਂ ਹੀ ਹਨ। ਇਹ ਇੱਕ ਪ੍ਰਕਰਨ ਹੈ। ਇਹ ਹੈ ਪ੍ਰਭੂ। ਦੂਸਰਾ ਐਸਾ ਵੀ ਅਰਥ ਕੀਤਾ ਹੈ ਗੁਰਮੁਖਾਂ ਨੇ ਵੀ ਭੌਰੇ ਵਿੱਚ ਵੀ ਤੂੰ ਹੀ ਬੈਠਾ ਹੋਇਆ ਹੈ, ਮੱਛੀ ਵਿੱਚ ਵੀ ਤੂੰ ਹੀ ਹੈ, ਤੇ ਗਾਂ ਮੱਝ ਦੇ ਵੱਛੇ ਵਿੱਚ ਵੀ ਤੂੰ ਹੀ ਹੈ। ਉੱਥੇ ਤੂੰ ਪਹਿਲਾਂ ਹੀ ਆਪਣੀ ਜੋਤ ਟਿਕਾ ਕਰਕੇ ਦੁੱਧ ਤਾਂ ਪਹਿਲਾਂ ਹੀ ਤੂੰ ਛਕ ਰਿਹਾ ਹੈ, ਭੌਰੇ ਦੇ ਰੂਪ ਦੇ ਵਿੱਚ ਸੁਗੰਧੀ ਤਾਂ ਪਹਿਲਾਂ ਹੀ ਮਾਣਦਾ ਪਿਆ ਹੈ। ਤੋ ਇਸ ਕਰਕੇ ਹਰੀ ਪਰਮੇਸ਼ਰ ਤੋਂ ਬਿਨਾ, ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਦੀ ਪੂਜਾ ਹੋ ਹੀ ਨਹੀਂ ਸਕਦੀ ਹੈ, ਕਿਉਂਕਿ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਭ ਕੁਛ ਮੈਲਾ ਸੰਤਹੁ, ਸਾਰਾ ਕੁਝ ਹੀ ਮੈਲਾ ਹੈ। ਹੇ ਸੰਤ ਜਨੋ, ਕਿਆ ਹਉ ਪੂਜ ਚੜਾਈ। ਇਸ ਕਰਕੇ ਕਿਹੜੀ ਵਸਤੂ ਲੈ ਕਰਕੇ ਮੈਂ ਪੂਜਾ ਕਰਨ ਵਾਸਤੇ ਪ੍ਰਭੂ ਨੂੰ ਚੜਾਵਾਂ, ਭੇਟ ਕਰਾਂ। ਹਰ ਸਾਚੇ ਭਾਵੈ ਸਾ ਪੂਜਾ ਹੋਵੈ। ਜੋ ਹਰੀ ਸੱਚੇ ਨੂੰ ਭਾ ਜਾਵੇ ਨਾ, ਜੋ ਕੁਝ ਚੰਗਾ ਲੱਗ ਜਾਵੇ, ਉਹੀ ਉਹਦੀ ਪੂਜਾ ਹੋ ਸਕਦੀ ਹੈ। ਸਾਡੀ ਕੀਤੀ ਹੋਈ ਸੇਵਾ, ਭਗਤੀ, ਸਿਮਰਨ ਵਾਹਿਗੁਰੂ ਜੀ ਨੂੰ ਭਾ ਜਾਵੇ। ਸਭ ਕੁਝ ਕੀਤਾ ਇਸ ਕਰਕੇ ਜਾਂਦਾ ਹੈ ਕਿ ਪਰਮੇਸ਼ਰ ਨੂੰ ਭਾ ਜਾਵੇ ਸਾਡਾ ਕੀਤਾ। ਜੇ ਕੀਤਾ ਭਾਇਆ ਹੀ ਨਹੀਂ ਹੈ, ਹੱਠ ਕਰਕੇ ਕਰੀ ਜਾਈਏ, ਜੇ ਵਾਹਿਗੁਰੂ ਨੂੰ ਹੀ ਨਹੀਂ ਚੰਗਾ ਲੱਗਦਾ ਤੇ ਫਿਰ ਉਸ ਥਾਂ ਤਾਂ ਨਹੀਂ ਨਾ ਪੈਂਦਾ। ਮਹਾਰਾਜ ਸਾਹਿਬ ਨੇ ਜਪਜੀ ਸਾਹਿਬ 'ਚ ਵੀ ਆਖਿਆ, ਤੀਰਥ ਨਾਵਾ ਜੇ ਤਿਸ ਭਾਵਾ। ਤੀਰਥਾਂ ਤੇ ਇਸ਼ਨਾਨ ਕਰਾਂ ਪਰ ਜੇ ਉਸ ਨੂੰ ਭਾ ਜਾਵਾਂ, ਮੇਰਾ ਨਹਾਤਾ ਹੋਇਆ ਉਹਨੂੰ ਭਾ ਜਾਵੇ। ਤੇ ਜੇ ਭਾਇਆ ਹੀ ਨਹੀਂ, ਵਿਣ ਭਾਣੇ ਕਿ ਨਹਾਏ ਕਰੀ, ਫਿਰ ਨਹਾਤਾ ਕੀ ਕਰੇਗਾ। ਜੇ ਉਹਦੇ ਭਾਣੇ ਵਿੱਚ ਹੀ ਨਹੀਂ ਮੈਂ ਚੱਲਦਾ, ਜੇ ਉਸ ਨੂੰ ਮੈਂ ਭਾਇਆ ਹੀ ਨਹੀਂ ਹਾਂ, ਤਾਂ ਫਿਰ ਉਹ ਸਫਲਾ ਨਹੀਂ ਹੈ। ਹਰ ਸਾਚੇ ਭਾਵ ਹੈ, ਜੇ ਹਰੀ ਸੱਚੇ ਨੂੰ ਭਾ ਜਾਵੇ, ਉਹਨੂੰ ਚੰਗਾ ਲੱਗੇ, ਸਾ ਪੂਜਾ ਹੋਵੇ। ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਉਹੀ ਪੂਜਾ ਹੁੰਦੀ ਹੈ। ਭਾਣਾ ਬਨ ਵਸਾਈ। ਤੇ ਉਸ ਨੂੰ ਕੀ ਭਾਉਂਦਾ ਹੈ ਵੀ ਉਹਦੇ ਭਾਣੇ ਵਿੱਚ ਚੱਲੀਏ, ਇਹੀ ਭਾਉਂਦਾ ਉਸ ਨੂੰ। ਜਿੱਥੇ ਰੱਖੇ ਉੱਥੇ ਰਹੀਏ, ਉਹਦੀ ਰਜਾ ਵਿੱਚ ਰਾਜੀ ਹੋ ਕੇ ਚੱਲਣਾ, ਉਹਦੇ ਹੁਕਮ ਵਿੱਚ ਤੁਰਨਾ। ਭਾਣਾ ਮਨ ਵਸਾਈ, ਭਾਣੇ ਨੂੰ ਮਨ ਵਿੱਚ ਵਸਾਉਣਾ ਕਰੀਏ, ਭਾਣਾ ਮੰਨਣਾ ਕਰੀਏ, ਤੇ ਭਾਣਾ ਉਹਦੇ ਭਾਣੇ ਵਿੱਚ ਜਦੋਂ ਚੱਲੀਏ, ਇਹੀ ਉਸ ਵਾਹਿਗੁਰੂ ਨੂੰ ਭਾਉਂਦਾ, ਇਹੀ ਪੂਜਾ ਪ੍ਰਵਾਨ ਹੈ। ਪੂਜਾ ਕਰੇ ਸਭ ਲੋਕ ਸੰਤਹੁ। ਇਹ ਸੰਤ ਜਨੋ, ਸਾਰੇ ਲੋਕ ਪੂਜਾ ਤੇ ਕਰਦੇ ਆ। ਕੋਈ ਕਿਸੇ ਢੰਗ ਨਾਲ ਕਰਦਾ ਹੈ, ਕੋਈ ਕਿਸੇ ਢੰਗ ਨਾਲ ਕਰਦਾ, ਸਾਰੇ ਲੋਕ ਪੂਜਾ ਕਰਦੇ ਹਨ। ਮਨਮੁਖ ਥਾਏ ਨਾ ਪਾਈ। ਪਰ ਜਿਹੜੇ ਮਨਮੁਖ ਹਨ, ਉਹ ਮਨਮੁਖ ਲੋਕਾਂ ਦੀ ਕੀਤੀ ਹੋਈ ਪੂਜਾ ਥਾਂ ਹੀ ਨਹੀਂ ਪੈਂਦੀ ਹੈ। ਉਹ ਮਨਮਰਜ਼ੀ ਦੇ ਨਾਲ ਪੂਜਾ ਕਰਦੇ ਆ। ਪੂਜਾ ਕਰਦਾ ਸੀ, ਲੰਗਰ ਲਾਉਂਦਾ ਸੀ, ਬ੍ਰਹਮ ਭੋਜ ਕਰਦਾ ਸੀ, ਮਲਕ ਭਾਗੋ ਵੀ, ਪਰ ਮਨਮੁਖ ਸੀ। ਮਨ ਦੀ ਮਰਜ਼ੀ ਨਹੀਂ ਛੱਡਦਾ, ਮਨ ਦਾ ਹੱਠ ਨਹੀਂ ਸੀ ਛੱਡਦਾ। ਲੋਕਾਂ ਨੂੰ ਲੁੱਟਦਾ ਕੁੱਟਦਾ ਵੀ ਸੀ, ਠੱਗੀਆਂ ਵੀ ਮਾਰਦਾ ਸੀ। ਸਾਲ ਪੂਰਾ ਠੱਗੀਆਂ ਮਾਰਦਾ ਰਹਿੰਦਾ ਸੀ, ਤੇ ਸਾਲ ਬਾਅਦ ਫਿਰ ਬ੍ਰਹਮ ਭੋਜ ਕਰ ਦਿੰਦਾ ਸੀ, ਲੰਗਰ ਲਾ ਦਿੰਦਾ ਸੀ ਖੁੱਲਾ, ਲੋਕਾਂ ਨੂੰ ਛਕਾ ਕੇ, ਤੇ ਲੋਕ ਉਹਦੀ ਵਾਹ ਕਰਦੇ ਜਾਂਦੇ ਸੀ ਵੀ ਵਾਹ ਵੀ ਮਲਕ ਭਾਗੋ ਨੇ ਕੋਈ ਲੰਗਰ ਲਾਇਆ, ਕੋਈ ਪੂੜੇ ਪੂੜੀਆਂ ਬਣਾਏ, ਕੋਈ ਕਚੌਰੀਆਂ ਬਣਾਈਆਂ ਘਿਓ ਵਿੱਚ ਤਲ ਕੇ, ਵੀ ਕਮਾਲ ਕਰ ਦਿੱਤੀ। ਲੋਕ ਬੱਲੇ ਬੱਲੇ ਕਰਦੇ ਜਾਂਦੇ। ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਹੁੰਚੇ ਹਨ ਏਮਨਾਬਾਦ ਦੀ ਧਰਤੀ ਤੇ, ਭਾਈ ਲਾਲੋ ਦੇ ਘਰੇ। ਭਾਈ ਲਾਲੋ ਲੱਕੜ ਦਾ ਕਾਰੀਗਰ ਸੀ, ਲੱਕੜ ਦਾ ਕੰਮ ਕਰਨ ਵਾਲਾ। ਤੇ ਭਾਈ ਲਾਲੋ ਦੇ ਘਰ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਾ ਚਰਨ ਪਾਏ, ਤੇ ਉਹਦੇ ਘਰੇ ਰਹੇ ਗਰੀਬ ਨਵਾਜ ਸਾਹਿਬ ਜੀ ਕਈ ਦਿਨ।
ਔਰ ਉੱਥੇ ਮਹਾਰਾਜ ਸਾਹਿਬ ਜੀ ਉਹਦੇ ਘਰ ਦਾ ਰੁੱਖਾ ਸੁੱਖਾ ਪ੍ਰਸ਼ਾਦਾ ਛਕਦੇ, ਨਾਲ ਭਾਈ ਮਰਦਾਨਾ ਜੀ ਛਕਦੇ। ਬਾਅਦ ਵਿੱਚ ਭਾਈ ਬਾਲਾ ਜੀ ਵੀ, ਭਾਈ ਮਰਦਾਨਾ ਜੀ ਜਦੋਂ ਉੱਥੋਂ ਆਗਿਆ ਲੈ ਕੇ ਤਲਵੰਡੀ ਗਏ ਸੀ ਤੇ ਭਾਈ ਬਾਲਾ ਜੀ ਨੂੰ ਵੀ ਨਾਲ ਲੈ ਕੇ ਆਏ ਸੀ। ਫਿਰ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੋਵੇਂ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਸੀ ਭਾਈ ਲਾਲੋ ਦੇ ਘਰੇ। ਉਹ ਕੋਧਰੇ ਦਾ ਪ੍ਰਸ਼ਾਦਾ ਤਿਆਰ ਕਰਦਾ ਏ, ਮਹਾਰਾਜ ਸਾਹਿਬ ਛਕਦੇ। ਉੱਥੇ ਭਾਈ ਮਰਦਾਨਾ ਜੀ ਨੇ ਇੱਕ ਦਿਨ ਇਹ ਵੀ ਗੱਲ ਆਖੀ ਸੀ ਕਿ ਮਹਾਰਾਜ, ਇਹ ਭਾਈ ਲਾਲੋ ਦੇ ਘਰ ਦਾ ਪ੍ਰਸ਼ਾਦਾ ਬੜਾ ਸਵਾਦ ਲੱਗਦਾ ਹੈ, ਤਾਂ ਰੁੱਖਾ ਸੁੱਖਾ ਹੀ ਪਰ ਸਵਾਦ ਬੜਾ ਲੱਗਦਾ। ਸਤਿਗੁਰੂ ਕਹਿੰਦੇ ਵੀ ਭਾਈ ਮਰਦਾਨੇ, ਇੱਕ ਤਾਂ ਇਹਦੀ ਕਿਰਤ ਵਾ ਧਰਮ ਦੀ, ਇਹ ਮਿਹਨਤ ਕਰਦਾ ਹੈ, ਧਰਮ ਦੀ ਕਿਰਤ ਕਰਦਾ, ਤੇ ਦੂਜਾ ਇਹ ਪ੍ਰਭੂ ਦਾ ਸਿਮਰਨ ਕਰਦਾ ਹੈ। ਇਹ ਕਿਰਤ ਕਰਕੇ, ਧਰਮ ਦੀ ਕਿਰਤ ਕਰਕੇ ਤੇ ਪ੍ਰਭੂ ਦੀ ਕੀਰਤੀ ਕਰਕੇ ਤਾਂ ਇਹਦੇ ਘਰ ਦਾ ਜਿਹੜਾ ਪ੍ਰਸ਼ਾਦਾ ਉਹ ਰਸ ਵਾਲਾ ਹੈ। ਧਰਮ ਦੀ ਕਿਰਤ ਮਿਹਨਤ ਦੀ ਕਮਾਈ ਹੈ ਤੇ ਪ੍ਰਭੂ ਦੀ ਭਗਤੀ ਕਰਦਾ ਹੈ, ਇਸ ਕਰਕੇ ਇਹ ਪ੍ਰਸ਼ਾਦੇ ਵਿੱਚ, ਸਬਜ਼ੀ ਭਾਜੀ ਦੇ ਵਿੱਚ ਸਵਾਦ ਹੈ। ਇਹ ਕੁਦਰਤੀ ਪੈਂਦਾ ਹੈ, ਧਰਮ ਦੀ ਕਿਰਤ ਦਾ ਤੇ ਪ੍ਰਭੂ ਦੀ ਬੰਦਗੀ ਦਾ, ਸਿਮਰਨ ਦਾ, ਇਹ ਸਵਾਦ ਹੈ। ਫਿਰ ਉੱਥੇ ਮਹਾਰਾਜ ਸਾਹਿਬ ਜੀ ਭਾਈ ਲਾਲੋ ਦੇ ਘਰੇ ਭਾਗ ਲਾ ਰਹੇ ਸਨ ਤੇ ਮਲਕ ਭਾਗੋ ਨੇ ਜਿਹੜਾ ਵੱਡਾ ਸਾਰਾ ਭੰਡਾਰਾ ਕੀਤਾ, ਉਹਦਾ ਨਾਂ ਰੱਖਿਆ ਬ੍ਰਹਮ ਭੋਜ। ਉਂਝ ਬ੍ਰਹਮ ਨਾਮ ਪਰਮੇਸ਼ਰ ਦਾ ਹੈ, ਭੋਜ ਨਾਮ ਭੋਜਨ ਦਾ ਹੈ। ਵੀ ਜਿਹੜਾ ਪਰਮੇਸ਼ਰ ਦੇ ਨਿਮਿਤ ਲੰਗਰ ਲਾਇਆ, ਵੀ ਇਹ ਮੈਂ ਬ੍ਰਹਮ ਭੋਜ, ਬ੍ਰਹਮ ਨੂੰ ਸਮਰਪਿਤ ਕੀਤਾ ਭੋਜਨ, ਇਹ ਭੰਡਾਰਾ। ਸਾਰੇ ਇਲਾਕੇ ਦੇ ਲੋਕ ਉਹਨੇ ਸੱਦੇ, ਵੱਡੇ ਵੱਡੇ ਧਨਾੜ ਵੀ ਸੱਦੇ, ਬਾਕੀ ਸਾਰੇ ਗਰੀਬ ਗੁਰਬਾ ਵੀ ਸੱਦਿਆ। ਤੇ ਭਾਈ ਲਾਲੋ ਜੀ ਦੇ ਘਰੇ ਵੀ ਆਪਣੇ ਆਦਮੀ ਭੇਜੇ ਵੀ ਉੱਥੇ ਸ੍ਰੀ ਨਾਨਕ ਤਪਾ ਜੀ ਆਏ ਹੋਏ, ਉਹਨਾਂ ਨੂੰ ਸੱਦ ਕੇ ਲਿਆਓ। ਉਹ ਚਾਹੁੰਦਾ ਸੀ ਵੀ ਉਹ ਵੀ ਆਉਣ ਤੇ ਮੇਰੀ ਬੱਲੇ ਬੱਲੇ ਵੇਖਣ ਵੀ ਮਲਕ ਭਾਗੋ ਨੇ ਏਡਾ ਵੱਡਾ ਭੰਡਾਰਾ ਕੀਤਾ। ਗੁਰੂ ਸਾਹਿਬ ਜੀ ਨੇ ਨਾ ਕਰ ਦਿੱਤੀ ਵੀ ਅਸੀਂ ਨਹੀਂ ਜਾਣਾ। ਸਿਪਾਹੀਆਂ ਨੇ ਜਾ ਕੇ ਦੱਸਿਆ, ਉਹ ਵਾਰ-ਵਾਰ ਲੈਣ ਵਾਸਤੇ ਆਏ, ਮਹਾਰਾਜ ਨਹੀਂ ਜਾਂਦੇ। ਆਖਰਕਾਰ ਮਲਕ ਭਾਗੋ ਨੇ ਆਖਿਆ ਜ਼ਬਰਦਸਤੀ ਲੈ ਕੇ ਆਓ, ਉਹਨਾਂ ਨੂੰ ਫੜ ਕੇ ਹੀ ਲੈ ਆਓ ਮੇਰੇ ਘਰੇ। ਜਦੋਂ ਸਿਪਾਹੀਆਂ ਨੇ ਆ ਕੇ ਆਖਿਆ, ਨਹੀਂ ਜੀ ਸਾਨੂੰ ਮਲਕ ਨੇ ਆਖਿਆ ਹੈ ਵੀ ਤੁਹਾਨੂੰ ਜ਼ਬਰਦਸਤੀ ਅਸੀਂ ਲੈ ਕੇ ਜਾਣਾ। ਫਿਰ ਮਹਾਰਾਜ ਕਹਿੰਦੇ ਵੀ ਅਸੀਂ ਚੱਲਦੇ ਹਾਂ। ਭਾਈ ਲਾਲੋ ਨੂੰ ਆਖਿਆ, ਭਾਈ ਲਾਲੋ ਕੋਈ ਆਪਣੇ ਘਰ ਦਾ ਰੁੱਖਾ ਸੁੱਖਾ ਟੁੱਕਰ ਲੈ ਕੇ ਆ ਜਾ। ਉਹ ਫਿਰ ਸੁੱਕਾ ਪ੍ਰਸ਼ਾਦਾ ਕੋਧਰੇ ਦਾ ਭਾਈ ਲਾਲੋ ਮਹਾਰਾਜ ਦੀ ਆਗਿਆ ਮੰਨ ਕੇ ਲੈ ਕੇ ਗਿਆ ਗੁਰੂ ਜੀ ਦੇ ਨਾਲ ਪਿੱਛੇ। ਮਹਾਰਾਜ ਉੱਥੇ ਜਾਂਦੇ, ਜਦੋਂ ਜਾ ਕੇ ਖਲੋਤੇ ਤੇ ਮਲਕ ਕਹਿੰਦਾ ਸਾਰਾ ਇਲਾਕਾ ਮੇਰੇ ਘਰੇ ਆਇਆ ਹੈ ਬ੍ਰਹਮ ਭੋਜ ਛਕਣ ਵਾਸਤੇ। ਸ੍ਰੀ ਨਾਨਕ ਤਪਾ ਜੀ ਤੁਸੀਂ ਕਿਉਂ ਨਹੀਂ ਆਉਂਦੇ? ਇੰਨੀ ਵਾਰੀ ਤੁਹਾਨੂੰ ਸੁਣਿਆ ਘੱਲਿਆ, ਤੁਸੀਂ ਕਿਉਂ ਨਹੀਂ ਆਉਂਦੇ ਸੀ? ਤੇ ਮਹਾਰਾਜ ਕਹਿਣ ਲੱਗੇ ਤੇਰਾ ਇਹ ਬ੍ਰਹਮ ਭੋਜ ਹੈ ਹੀ ਨਹੀਂ। ਅਸੀਂ ਤੇ ਭਾਈ ਲਾਲੋ ਦੇ ਘਰ ਵਿੱਚ ਰੋਜ਼ ਬ੍ਰਹਮ ਭੋਜ ਛਕਦੇ ਹਾਂ, ਭਾਈ ਲਾਲੋ ਦੇ ਘਰੇ ਬ੍ਰਹਮ ਭੋਜ ਬਣਦਾ ਹੈ, ਤੇਰਾ ਤੇ ਬ੍ਰਹਮ ਭੋਜ ਹੈ ਹੀ ਨਹੀਂ। ਤੂੰ ਤਾਂ ਗਰੀਬਾਂ ਦਾ ਖੂਨ ਨਿਚੋੜਿਆ ਹੋਇਆ, ਗਰੀਬਾਂ ਦਾ ਖੂਨ ਨਿਚੋੜਿਆ ਹੋਇਆ। ਤੇਰੀਆਂ ਤਲੀਆਂ ਹੋਈਆਂ ਪੂੜੀਆਂ ਤੇ ਕਚੌਰੀਆਂ ਤੇ ਪੂੜਿਆਂ ਦੇ ਵਿੱਚ ਗਰੀਬਾਂ ਦੀ ਰੱਤ ਮਿਲੀ ਹੋਈ ਹੈ, ਗਰੀਬਾਂ ਦੇ ਹੌਕੇ ਮਿਲੇ ਹੋਏ ਆ। ਜਿਨ੍ਹਾਂ ਗਰੀਬਾਂ ਦੀ ਮਿਹਨਤ, ਜਿਨ੍ਹਾਂ ਨੇ ਆਪਣਾ ਖੂਨ ਪਸੀਨਾ ਇੱਕ ਕਰਕੇ ਮਿਹਨਤ ਦੀ ਕਮਾਈ ਕੀਤੀ, ਉਹਨਾਂ ਦੇ ਨਾਲ ਤੂੰ ਠੱਗੀਆਂ ਮਾਰੀਆਂ, ਉਹਨਾਂ ਦਾ ਧਨ ਲੁੱਟਿਆ। ਕਹਿੰਦੇ ਲਿਆ ਆਪਣੀਆਂ ਪੂੜੀਆਂ ਫੜਾ। ਜਦੋਂ ਫੜਾਈਆਂ ਭਾਈ ਲਾਲੋ ਨੂੰ ਆਖਿਆ ਤੂੰ ਵੀ ਫੜਾ ਆਪਣੇ ਘਰ ਦਾ ਰੁੱਖਾ ਸੁੱਖਾ ਜਿਹੜਾ ਟੁੱਕਰ ਲੈ ਕੇ ਆਏ ਆ। ਦੋਵਾਂ ਨੂੰ ਫੜ ਕੇ ਸਾਰੇ ਲੋਕਾਂ ਦੇ ਸਾਹਮਣੇ ਜਦੋਂ ਘੁੱਟ ਕੇ ਮਹਾਰਾਜ ਨੇ ਨਿਚੋੜਿਆ ਨਾ, ਤੇ ਮਲਕ ਭਾਗੋ ਦੀਆਂ ਤਲੀਆਂ ਜਿਹੜੀਆਂ ਘਿਓ ਦੇ ਨਾਲ ਪੂੜੀਆਂ ਤਲੀਆਂ ਹੋਈਆਂ ਸੀ, ਉਹਨਾਂ ਨੂੰ ਜਦੋਂ ਨਪੇੜਿਆ ਤੇ ਵਿੱਚੋਂ ਖੂਨ ਦੀ ਧਾਰਾ ਵਗਦੀ ਹੈ। ਜਦੋਂ ਭਾਈ ਲਾਲੋ ਦਾ ਸੁੱਕਾ ਟੁੱਕਰ ਜਿਹੜਾ ਸੀ ਉਹਨੂੰ ਨਿਚੋੜਿਆ, ਉਹਦੇ ਚੋਂ ਦੁੱਧ ਸਿਮਿਆ। ਮਹਾਰਾਜ ਕਹਿੰਦੇ ਇਹਦੇ ਵਿੱਚ ਦੁੱਧ ਹੈ, ਜਿਹੜੀ ਧਰਮ ਦੀ ਕਿਰਤ ਹੈ, ਤੇ ਆ ਜਿਹੜਾ ਤੂੰ ਲੋਕਾਂ ਦਾ ਹੱਕ ਮਾਰਿਆ, ਇਹਦੇ ਵਿੱਚ ਖੂਨ ਭਰਿਆ ਹੋਇਆ ਹੈ, ਗਰੀਬਾਂ ਦਾ ਖੂਨ ਹੈ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਪ੍ਰਤੱਖ ਸਭ ਕੁਝ ਵਿਖਾ ਦਿੰਦੇ ਸਨ। ਪ੍ਰਤੱਖ ਜੇ ਦਾਤਨ ਕਰਕੇ ਇੱਥੇ ਗੱਡੀ ਹੈ ਤੇ ਬੇਰੀ ਸਾਹਿਬ ਸੋਭਾ ਪਾਉਂਦੀ ਹੈ, ਪ੍ਰਤੱਖ ਮਹਾਰਾਜ ਨੇ ਕਿਰਪਾ ਕੀਤੀ ਹੈ। ਪੱਥਰ ਵਿੱਚ ਪੰਜਾ ਲੱਗਾ, ਪ੍ਰਤੱਖ ਅੱਜ ਵੀ ਪੰਜਾ ਸਾਹਿਬ ਹੈ।
ਜੇ ਕੌੜੇ ਰੀਠੇ ਵੱਲੇ ਮਿਹਰ ਦੀ ਦ੍ਰਿਸ਼ਟੀ ਨਾਲ ਤੱਕਿਆ ਹੈ ਨਾ ਤੇ ਅੱਜ ਤੀਕ ਵੀ ਮਿੱਠੇ ਫਲ ਦਿੰਦਾ ਹੈ। ਉੱਥੇ ਪ੍ਰਤਾਖੇ ਵਿਖਾ ਦਿੱਤਾ ਸੀ। ਫਿਰ ਮਲਕ ਭਾਗੋ ਮਹਾਰਾਜ ਦੇ ਚਰਨੀ ਪਿਆ, ਮਾਫੀ ਮੰਗੀ, ਉਹਨੂੰ ਸਿੱਧੇ ਰਾਹ ਪਾਇਆ। ਇੱਥੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਪੂਜਾ ਕਰੇ ਸਭ ਲੋਕ ਸੰਤਹੁ। ਸਾਰੇ ਲੋਕ ਇਹ ਸੰਤ ਜਨੋ ਪੂਜਾ ਤੇ ਕਰਦੇ ਆਪਣੀ ਮਨ ਮਰਜ਼ੀ ਦੇ ਨਾਲ, ਮਨਮੁਖ ਥਾਏ ਨਾ ਪਾਈ। ਪਰ ਜਿਹੜੇ ਮਨਮੁਖ ਲੋਕ ਹਨ, ਮਨ ਮਰਜ਼ੀ ਕਰਨ ਵਾਲੇ, ਮਨ ਦਾ ਹੱਠ ਨਹੀਂ ਛੱਡਦੇ, ਗੁਰੂ ਕੀ ਆਗਿਆ 'ਚ ਨਹੀਂ ਚੱਲਦੇ, ਉਹ ਮਨਮੁਖਾਂ ਦੀ ਕੀਤੀ ਹੋਈ ਪੂਜਾ ਸੇਵਾ ਥਾਏ ਨਹੀਂ ਪੈਂਦੀ ਹੈ। ਇਹ ਸੰਤ ਜਨੋ ਜਿਹੜਾ ਗੁਰੂ ਕੇ ਸ਼ਬਦ ਦਾ ਧਾਰਨੀ ਹੋ ਕਰਕੇ ਤੇ ਹੰਕਾਰ ਵੱਲੋਂ ਮਰਦਾ ਹੈ, ਉਹਦਾ ਮਨ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਇਹ ਪੂਜਾ ਥਾਏ ਪਾਈ, ਐਸੀ ਪੂਜਾ ਕੀਤੀ ਹੋਈ ਫਿਰ ਲੇਖੇ ਪੈਂਦੀ ਹੈ, ਥਾਏ ਪੈਂਦੀ ਹੈ। ਪਵਿੱਤ ਪਾਵਨ ਸੇ ਜਨ ਸਾਚੇ, ਤਾਂ ਉਹ ਜਿਹੜੇ ਜਨ ਹਨ ਜਿਹੜੇ ਗੁਰੂ ਕੇ ਸ਼ਬਦ ਦੀ ਕਮਾਈ ਕਰਦੇ ਆ, ਹੰਕਾਰ ਵੱਲੋਂ ਮਰਦੇ ਹਨ, ਉਹ ਪਵਿੱਤਰ ਹੋ ਜਾਂਦੇ, ਪਾਵਨ ਹੋ ਜਾਂਦੇ, ਸੇ ਜਨ ਸੱਚੇ ਹੋ ਜਾਂਦੇ ਆ। ਉਹ ਤਨ ਕਰਕੇ, ਇੰਦਰੀਆਂ ਕਰਕੇ ਵੀ ਪਵਿੱਤ ਹੋ ਜਾਂਦੇ, ਮਨ ਵੀ ਉਹਨਾਂ ਦਾ ਪਾਵਨ ਹੋ ਜਾਂਦਾ ਤੇ ਉਹ ਸੱਚੇ ਪਰਮੇਸ਼ਰ ਦੇ ਨਾਲ ਜੁੜ ਕਰਕੇ ਸੱਚ ਵਾਲੇ, ਸਚਾਈ ਵਾਲੇ ਸਚਿਆਰ ਹੋ ਜਾਂਦੇ ਹਨ। ਏਕ ਸ਼ਬਦ ਲਿਵ ਲਾਈ, ਇੱਕ ਸ਼ਬਦ ਬ੍ਰਹਮ ਦੇ ਨਾਲ ਉਹਨਾਂ ਨੇ ਲਿਵ ਲਾਉਣਾ ਕੀਤੀ ਹੈ, ਚਿੱਤ ਬਿਰਤੀ ਨੂੰ ਜੋੜਨਾ ਕੀਤਾ ਹੈ। ਜਿਨ ਨਾਵੈ ਹੋਰ ਪੂਜ ਨਾ ਹੋਈ, ਮਹਾਰਾਜ ਕਹਿੰਦੇ ਪ੍ਰਭੂ ਦੇ ਨਾਮ ਜਪਣ ਤੋਂ ਬਿਨਾ ਹੋਰ ਜਿਹੜੀ ਪੂਜਾ ਹੋ ਹੀ ਨਹੀਂ ਸਕਦੀ ਹੈ। ਭਰਮ ਭੁੱਲੀ ਲੋਕਾਈ, ਭਲੇਖੇ ਵਿੱਚ ਪੈ ਕਰਕੇ, ਭਰਮ ਵਿੱਚ ਪੈ ਕਰਕੇ ਸਾਰੇ ਲੋਕ, ਸਾਰੀ ਲੁਕਾਈ ਇਹ ਭੁੱਲੀ ਹੋਈ ਹੈ। ਗੁਰਮੁਖ ਆਪ ਪਛਾਣੈ ਸੰਤਹੁ, ਇਹ ਸੰਤ ਜਨੋ ਗੁਰਮੁਖ ਗੁਰੂ ਕੀ ਸ਼ਰਨ ਵਿੱਚ ਪੈਣ ਵਾਲੇ ਆਪਣੇ ਆਪ ਨੂੰ, ਆਪਣੇ ਆਤਮਿਕ ਸਰੂਪ ਦੀ ਪਛਾਣ ਕਰਦੇ ਹਨ। ਰਾਮ ਨਾਮ ਲਿਵ ਲਾਈ, ਉਹਨਾਂ ਨੇ ਸਰਬ ਵਿਆਪਕ ਰਾਮ ਦੇ ਨਾਮ ਵਿੱਚ ਜੁੜਨਾ ਕੀਤਾ, ਆਪਣੀ ਲਿਵ ਲਾਈ ਹੈ। ਆਪੇ ਨਿਰਮਲ ਪੂਜ ਕਰਾਏ, ਉਹ ਪਰਮੇਸ਼ਰ ਆਪ ਨਿਰਮਲ ਹੈ, ਉਹ ਆਪਣੀ ਪੂਜਾ ਆਪ ਹੀ ਕਰਵਾਉਂਦੇ ਹਨ, ਜਿਨ੍ਹਾਂ ਤੋਂ ਕਰਵਾਉਂਦੇ ਹਨ ਆਪਣੇ ਨਾਮ ਵਿੱਚ ਜੋੜ ਕਰਕੇ। ਗੁਰ ਸਬਦੀ ਥਾਏ ਪਾਈ, ਜਿਹੜਾ ਗੁਰੂ ਕੇ ਸ਼ਬਦ ਨੂੰ ਕਮਾਉਂਦਾ ਹੈ, ਗੁਰੂ ਕੇ ਸ਼ਬਦ ਨੂੰ ਜਪਦਾ ਹੈ, ਗੁਰੂ ਕੇ ਸ਼ਬਦ ਨੂੰ ਹਿਰਦੇ ਵਸਾਉਂਦਾ ਹੈ, ਉਸੇ ਦੀ ਇਹ ਸੇਵਾ ਪੂਜਾ ਥਾਏ ਪੈਂਦੀ ਹੈ। ਪੂਜਾ ਕਰੇ ਪਰ ਬਿਦ ਨਹੀਂ ਜਾਣੈ, ਦੁਨੀਆ ਦੇ ਲੋਕ ਪੂਜਾ ਕਰਦੇ ਪਰ ਵਿਧੀ ਢੰਗ ਤਰੀਕਾ ਨਹੀਂ ਜਾਣਦੇ ਹਨ, ਦੂਜੇ ਭਾਏ ਮਲ ਲਾਈ, ਕਿਉਂਕਿ ਦ્વੈਤ ਭਾਵ ਦੇ ਵਿੱਚ ਹਰ ਵੇਲੇ ਈਰਖਾ ਦੇ ਵਿੱਚ, ਘਿਰਣਾ ਦੇ ਵਿੱਚ, ਦ્વੈਸ਼ ਦੇ ਵਿੱਚ ਰਹਿੰਦੇ ਹਨ। ਇਸ ਕਰਕੇ ਦ્વੈਤ ਭਾਵ ਦੀ ਜਿਹੜੀ ਮੈਲ ਹੈ ਇਹ ਅੰਤਸ਼ਕਰਨ ਨੂੰ, ਬੁੱਧੀ ਨੂੰ, ਮਨ ਨੂੰ ਉਹਨਾਂ ਨੇ ਲਾਈ ਹੋਈ ਹੈ। ਗੁਰਮੁਖ ਹੋਵੈ ਸੋ ਪੂਜਾ ਜਾਣੈ, ਜਿਹੜਾ ਗੁਰੂ ਕੀ ਸ਼ਰਨ ਵਿੱਚ ਪੈਂਦਾ ਹੈ, ਗੁਰਮੁਖ ਹੁੰਦਾ ਹੈ, ਉਹੀ ਭਾਈ ਪ੍ਰਭੂ ਦੀ ਅਸਲ ਪੂਜਾ ਦੇ ਭਾਵ ਨੂੰ ਜਾਣਦਾ ਹੈ। ਭਾਣਾ ਮਨ ਵਸਾਈ, ਉਹ ਭਾਣੇ ਨੂੰ ਮੰਨਦਾ ਹੈ, ਭਾਣੇ ਨੂੰ ਮੰਨ ਕਰਕੇ ਤੇ ਗੁਰੂ ਕੇ ਉਪਦੇਸ਼ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ। ਭਾੜੇ ਤੇ ਸਭ ਸੁਖ ਪਾਵੈ ਸੰਤਹੁ, ਇਹ ਸੰਤ ਜਨੋ ਜਿਹੜਾ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਵਾਹਿਗੁਰੂ ਦੀ ਰਜਾ ਵਿੱਚ ਚੱਲਦਾ ਹੈ, ਉਹ ਸਾਰੇ ਸੁਖ ਪਾ ਲੈਂਦਾ ਹੈ। ਗੁਰਮੁਖ ਤੇਰਾ ਭਾਣਾ ਭਾਵੈ, ਤੇ ਨਾਮ ਸੁਖਾਈ, ਉਸ ਗੁਰਮੁਖ ਨੂੰ ਪਤਾ ਲੱਗਦਾ ਹੈ ਵੀ ਅੰਤ ਵੇਲੇ ਨਾਮ ਨੇ ਮਿੱਤਰਤਾ ਨਿਭਾਉਣੀ ਹੈ, ਅੰਤ ਵੇਲੇ ਨਾਮ ਹੀ ਸਖਾਈ ਹੁੰਦਾ ਹੈ, ਨਾਮ ਹੀ ਸਹਾਇਤਾ ਕਰਦਾ ਹੈ। ਆਪਣਾ ਆਪ ਨਾ ਪਛਾਣੈ ਸੰਤਹੁ, ਇਹ ਸੰਤ ਜਨੋ ਇਹ ਜੀਵ ਆਪਣੇ ਆਪੇ ਦੀ ਪਛਾਣ ਨਹੀਂ ਕਰਦਾ ਹੈ, ਕੂੜ ਕਰੇ ਵਡਿਆਈ, ਬਸ ਝੂਠੀ ਆਪਣੀ ਵਡਿਆਈ ਕਰਦਾ ਰਹਿੰਦਾ ਹੈ, ਝੂਠੀ ਦੂਜਿਆਂ ਦੀ ਵਡਿਆਈ ਕਰਦਾ ਰਹਿੰਦਾ ਹੈ। ਜਿਹੜੀ ਵਡਿਆਈ ਨਾਸ ਹੋ ਜਾਣ ਵਾਲੀ ਹੈ ਉਹ ਵਡਿਆਈ ਵਿੱਚ ਫਸਿਆ ਹੋਇਆ ਹੈ, ਉਸ ਸਤੀ ਦੇ ਵਿੱਚ। ਪਾਖੰਡ ਕੀਤੈ ਜਬ ਨਹੀਂ ਛੁਟੈ, ਸਚਾਈ ਪੱਲੇ ਨਹੀਂ ਹੈ, ਨਾਮ ਨਾਲ ਜੁੜਿਆ ਹੋਇਆ ਨਹੀਂ ਹੈ, ਪਖੰਡ ਕਰਦਾ ਹੈ, ਵਿਖਾਵਾ ਕਰਦਾ ਹੈ ਬਾਹਰੀ ਤੌਰ ਤੇ। ਇਸ ਕਰਕੇ ਪਖੰਡ ਕਰਨ ਵਾਲੇ ਪਖੰਡੀ ਨੂੰ ਜਮਦੂਤ ਨਹੀਂ ਛੱਡਦੇ, ਫੜ ਕੇ ਲੈ ਜਾਂਦੇ। ਲੈ ਜਾਸੀ ਪਤ ਗਵਾਈ, ਜਦੋਂ ਲੈ ਕੇ ਚਲੇ ਜਾਂਦੇ ਫਿਰ ਇਹਦੀ ਪੱਤ ਗਵਾਚ ਜਾਂਦੀ ਹੈ, ਇੱਜ਼ਤ ਨਹੀਂ ਰਹਿੰਦੀ ਹੈ, ਡੰਡੇ ਵੱਜਦੇ ਸਿਰ ਦੇ ਵਿੱਚ। ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਉਹ ਫਿਰ ਸਹਾਰਿਆ ਨਹੀਂ ਜਾਂਦਾ। ਐਸੀ ਹਾਲਤ ਹੁੰਦੀ ਹੈ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ,
ਨਾਨਕ ਜਿਉ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਜਿਹੜਾ ਅੰਤਰ ਸ਼ਬਦ ਆਪ ਪਛਾਣੈ ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵਸਦਾ ਹੈ ਉਹ ਆਪਣੇ ਆਪੇ ਦੀ ਪਛਾਣ ਕਰਦੇ ਆ, ਆਪਣੇ ਆਪ ਨੂੰ ਪਛਾਣਦੇ ਹਨ। ਮੈਂ ਕੌਣ ਹਾਂ, ਕਿੱਥੋਂ ਆਇਆ ਹਾਂ, ਕੀ ਕਰਨ ਵਾਸਤੇ ਆਇਆ ਹਾਂ, ਕੀ ਕਰ ਰਿਹਾ ਹਾਂ, ਕਿੱਥੇ ਜਾਣਾ ਹੈ, ਉਹ ਸਾਰੀ ਇਹ ਵਿਚਾਰ ਕਰਦੇ ਹਨ। ਜਿਵੇਂ ਤੀਜੇ ਪਾਤਸ਼ਾਹ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਫਰਮਾਇਆ ਨਾ ਵੀ ਇਹ ਸਰੀਰ ਨਾਲ ਗੱਲ ਤਾਂ ਕਰਕੇ ਵੇਖੀਏ, ਇਹਨੂੰ ਪੁੱਛੀਏ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ। ਵੀ ਮੇਰਿਆ ਸਰੀਰਾ ਇਸ ਸੰਸਾਰ ਵਿੱਚ ਤੂੰ ਆਇਆ ਹੈ ਤੇ ਇੱਥੇ ਆ ਕੇ ਕਿਹੜਾ ਕਰਮ ਤੂੰ ਕੀਤਾ। ਵੀ ਜੋ ਕਰਨ ਵਾਸਤੇ ਆਇਆ ਉਹ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ, ਕਿ ਹੋਰ ਹੀ ਕੁਝ ਕਰੀ ਜਾਂਦਾ ਹੈ। ਵੀ ਤੈਨੂੰ ਇਹ ਮਾਨਸ ਸਰੀਰ ਤਾਂ ਮਿਲਿਆ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਕੁਝ ਕਰਨ ਵਾਸਤੇ ਤੂੰ ਆਇਆ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ। ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਓ ਚਿੱਤ ਲਾਇਆ। ਉਹ ਸਰੀਰ ਪ੍ਰਵਾਨ ਹੋਇਆ ਹੈ ਵਾਹਿਗੁਰੂ ਦੇ ਦਰ ਤੇ, ਜਿਨੇ ਸਤਿਗੁਰੂ ਜੀ ਦੇ ਨਾਲ ਚਿੱਤ ਜੋੜਿਆ। ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਹਨ ਉਹ ਸ਼ਬਦ ਨਾਲ ਜੁੜ ਕੇ ਆਪ ਪਛਾਣ ਹੈ, ਆਪਣੇ ਆਪੇ ਦੀ ਪਛਾਣ ਕਰਦੇ ਹਨ। ਗਤ ਬਿੰਦ ਤਿਲ ਹੀ ਪਾਈ, ਵਾਹਿਗੁਰੂ ਦੀ ਗਤ ਪ੍ਰਾਪਤੀ ਦੀ ਮਿੱਤ ਮਰਿਆਦਾ ਤਿਨਾਂ ਨੇ ਹੀ ਪਾਉਣਾ ਕੀਤੀ ਹੈ। ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਦੀ ਮਰਿਆਦਾ ਪ੍ਰਾਪਤ ਹੋਈ ਹੈ ਜਿਹੜੇ ਗੁਰੂ ਕੇ ਸ਼ਬਦ ਨਾਲ ਜੁੜੇ ਹਨ। ਇਹ ਬੜੂਆ ਸੁਧ ਸਮਾਦ ਲਗਾਵੇ, ਉਹਨਾਂ ਦਾ ਜਿਹੜਾ ਫਿਰ ਇਹ ਮਾਨ ਹੈ ਨਾ, ਇਹ ਮਨੁਆ, ਇਹ ਫਿਰ ਸੁਨ ਅਫੁਰ ਸਰੂਪ ਜਿਹੜਾ ਪਰਮੇਸ਼ਰ ਹੈ ਉਹਦੇ ਵਿੱਚ ਜੁੜ ਜਾਂਦਾ ਹੈ। ਇਹ ਸੁਨ ਸਮਾਧੀ ਲਗਾਉਂਦਾ ਹੈ ਉਹਨਾਂ ਦਾ ਮਨ, ਸੁਨ ਅਫੁਰ ਸਰੂਪ ਦੇ ਵਿੱਚ ਸਮਾਧੀ ਲਾ ਲੈਂਦਾ ਹੈ, ਜੁੜ ਜਾਂਦਾ ਹੈ। ਜੋਤੀ ਜੋਤ ਮਿਲਾਈ, ਤੇ ਉਹਨਾਂ ਦੀ ਫਿਰ ਜਿਹੜੀ ਜੋਤੀ ਹੈ ਨਾ ਉਹ ਪ੍ਰਭੂ ਜੋਤੀ ਦੇ ਨਾਲ ਮਿਲ ਜਾਂਦੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਕੇ ਜੀਵ ਦੀ ਜੋਤ ਨੂੰ ਪ੍ਰਭੂ ਜੋਤ ਦੇ ਨਾਲ ਮਿਲਾ ਦਿੰਦੇ ਹਨ। ਸੋਣ ਸੋਣ ਗੁਰਮੁਖ ਨਾਮ ਵਖਾਣ ਹੈ, ਫਿਰ ਗੁਰਮੁਖ ਸੁਣਦੇ ਆ ਪ੍ਰਭੂ ਦੇ ਜਸ ਨੂੰ, ਗੁਰੂ ਕੀ ਬਾਣੀ ਦੁਆਰਾ, ਗੁਰਸਿੱਖਾਂ ਦੀ ਰਸਨਾ ਦੁਆਰਾ, ਗੁਰਮੁਖਾਂ ਦੀ ਰਸਨਾ ਦੁਆਰਾ ਸੁਣ ਕੇ ਫਿਰ ਗੁਰਮੁਖ ਆਪ ਵੀ ਨਾਮ ਦਾ ਵਖਾਣ ਹੈ ਕਥਨ ਕਰਦੇ ਹਨ। ਆਪਣੀ ਰਸਨਾ ਤੋਂ ਵੀ ਵਿਆਖਿਆ ਕਰਦੇ ਨਾਮ ਦਾ ਕਥਨ ਕਰਦੇ ਹਨ। ਸੁਣਦੇ ਹਨ ਸ਼ਰਧਾ ਰੂਪੀ ਕੰਨਾਂ ਦੇ ਨਾਲ, ਤੇ ਸੁਣਦੇ ਹਨ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ। ਸ਼ਰਧਾ ਤੇ ਵਿਸ਼ਵਾਸ ਰੂਪੀ ਸਰਵਣਾ ਦੇ ਨਾਲ ਸੁਣ ਕੇ ਗੁਰਮੁਖ ਆਪਣੀ ਰਸਨਾ ਤੋਂ ਨਾਮ ਦਾ ਕਥਨ ਕਰਦੇ ਹਨ ਪ੍ਰੀਤ ਦੇ ਨਾਲ। ਸਤ ਸੰਗਤ ਮਿਲਾਈ, ਤੇ ਆਪਣੇ ਆਪ ਨੂੰ ਸਤ ਸੰਗਤ ਦੇ ਵਿੱਚ ਮਿਲਾ ਕੇ ਰੱਖਦੇ ਹਨ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆ ਬੁਝਾਏ ਜੀਓ। ਐਸੀ ਜਿਹੜੀ ਗੁਰੂ ਕੀ ਸਤ ਸੰਗਤ ਹੈ, ਜਿੱਥੇ ਇੱਕ ਪ੍ਰਭੂ ਨਾਮ ਦਾ ਕਥਨ ਹੈ, ਸਤ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਜੋ ਸਤ ਸੰਗਤ ਹੈ, ਉਸ ਵਿੱਚ ਆਪਣੇ ਆਪ ਨੂੰ ਮੇਲ ਕੇ ਰੱਖਦੇ ਹਨ। ਗੁਰਮੁਖ ਗਾਵੇ ਆਪ ਗਵਾਵੇ, ਤੇ ਗੁਰਮੁਖ ਗਾਉਂਦੇ ਆ ਪ੍ਰਭੂ ਦੇ ਜਸ ਨੂੰ, ਪ੍ਰਭੂ ਦੀ ਕੀਰਤੀ ਨੂੰ, ਪਰ ਆਪ ਗਵਾਵੇ। ਅੰਦਰੋਂ ਆਪਾ ਭਾਵ ਗਵਾ ਕੇ ਗਾਉਂਦੇ ਆ, ਹੰਕਾਰ ਗਵਾ ਕੇ ਗਾਉਂਦੇ। ਇਹ ਨਹੀਂ ਕਹਿੰਦੇ ਵੀ ਸਾਡੇ ਵਰਗਾ ਕੋਈ ਕੀਰਤਨੀਆ ਹੀ ਨਹੀਂ ਹੈ, ਸਾਡੇ ਵਰਗਾ ਕੋਈ ਰਾਗੀ ਹੀ ਨਹੀਂ ਹੈ, ਸਾਡੇ ਵਰਗਾ ਕੋਈ ਗਾਉਣ ਵਾਲਾ ਹੀ ਨਹੀਂ ਹੈ। ਇਹ ਨਹੀਂ, ਆਪ ਗਵਾਵੇ। ਹੰਕਾਰ ਗਵਾ ਕਰਕੇ ਨਿਮਰਤਾ ਵਿੱਚ ਆ ਕਰਕੇ ਪ੍ਰਭੂ ਦੇ ਜਸ ਨੂੰ ਗਾਉਂਦੇ ਹਨ। ਦਰ ਸਾਚੈ ਸੋਭਾ ਪਾਈ, ਐਸੇ ਫਿਰ ਗੁਰਮੁਖ ਜਿਹੜੇ ਹਨ ਉਹ ਸਤ ਸੰਗਤ ਰੂਪੀ ਦਰ ਸੱਚ ਹੈ, ਸੱਚੇ ਦਰ ਦੇ ਉੱਤੇ ਸੋਭਾ ਪਾਉਂਦੇ। ਉਹ ਸਤ ਸੰਗਤ ਵਿੱਚ ਸੋਭਾ ਉਹਨਾਂ ਦੀ ਬਣਦੀ ਹੈ ਜਿਨ੍ਹਾਂ ਨੇ ਹੰਕਾਰ ਗਵਾਇਆ ਹੈ, ਨਿਮਰਤਾ ਧਾਰਨ ਕੀਤੀ ਹੈ, ਪ੍ਰਭੂ ਦੇ ਜਸ ਨੂੰ ਗਾਉਂਦੇ ਹਨ। ਤੇ ਦਰ ਸੱਚ ਹੈ, ਪ੍ਰਭੂ ਦੀ ਸੱਚੀ ਦਰਗਾਹ ਵਿੱਚ ਉਹ ਸੋਭਾ ਪਾਉਂਦੇ ਹਨ। ਸੱਚਖੰਡ ਰੂਪੀ ਸੱਚੀ ਦਰਗਾਹ ਵਿੱਚ ਉਹ ਸੋਭਾ ਪਾਉਂਦੇ ਹਨ ਗੁਰਮੁਖ। ਸਾਚੀ ਬਾਣੀ ਸੱਚ ਵਖਾਣਾ, ਉਹ ਸੱਚੀ ਬਾਣੀ ਪੜ੍ਹਦੇ ਆ, ਸੱਚੀ ਬਾਣੀ ਸੁਣਦੇ ਆ,
ਸੱਚੀ ਗੁਰੂ ਕੀ ਬਾਣੀ ਜਿਹੜੀ ਸਤਿਗੁਰੂ ਜੀ ਨੇ ਪ੍ਰਵਾਨ ਕੀਤੀ ਹੋਈ ਬਾਣੀ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ, ਦਸਮ ਮਹਾਰਾਜ ਜੀ ਦੀ ਬਾਣੀ, ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ, ਭਾਈ ਨੰਦ ਲਾਲ ਸਾਹਿਬ ਜੀ ਦੀ ਬਾਣੀ, ਭਗਤਾਂ ਦੀ ਬਾਣੀ, ਇਹ ਜਿਹੜੀ ਸੱਚੀ ਬਾਣੀ ਧੁਰ ਕੀ ਬਾਣੀ ਹੈ, ਗੁਰਮੁਖ ਸੱਚੀ ਬਾਣੀ ਨਾਲ ਜੁੜਦੇ ਹਨ। ਸੱਚ ਵਿਖਾਣਾ ਹੈ, ਸੱਚ ਦਾ ਹੀ ਕਥਨ ਕਰਦੇ ਆ, ਅਥਵਾ ਉਹਨਾਂ ਦੀ ਜਿਹੜੀ ਬੋਲ ਮੁਖ ਤੋਂ ਬੋਲੀ ਜਾਣ ਵਾਲੀ ਉਹਨਾਂ ਦੇ ਬੋਲ ਬਾਣੀ ਹੈ ਨਾ, ਉਹ ਵੀ ਸੱਚੀ ਹੁੰਦੀ ਹੈ, ਉਹਦੇ ਵਿੱਚ ਸੱਚ ਹੀ ਹੈ। ਉਹ ਸੱਚ ਦਾ ਕਥਨ ਕਰਦੇ ਹਨ ਪ੍ਰਭੂ ਦਾ। ਸੱਚ ਨਾਮ ਲਿਵ ਲਾਈ, ਤੇ ਸੱਚੇ ਪ੍ਰਭੂ ਦੇ ਨਾਮੀ ਦੇ ਨਾਮ ਵਿੱਚ ਉਹਨਾਂ ਨੇ ਆਪਣੀ ਚਿੱਤ ਬਿਰਤੀ ਨੂੰ ਲਾਇਆ ਹੋਇਆ ਹੈ, ਲਿਵ ਲਾਈ ਹੋਈ ਹੈ। ਭੈ ਭੱਜਣ ਅਤ ਪਾਪ ਨਿਖੰਜਣ, ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਵਾਹਿਗੁਰੂ ਪਰਮੇਸ਼ਰ ਭੈ ਨੂੰ ਭੰਨ ਦੇਣ ਵਾਲਾ ਹੈ। ਭੈ ਨਾਮ ਹੈ ਸਾਧ ਸੰਗਤ ਜੀ ਡਰ ਦਾ, ਭੰਜਨ ਨਾਮ ਹੈ ਤੋੜ ਦੇਣ ਦਾ, ਭੰਨ ਦੇਣ ਦਾ। ਪਰਮੇਸ਼ਰ ਸਾਰੇ ਡਰਾਂ ਨੂੰ ਭੰਨ ਦੇਣ ਵਾਲਾ ਹੈ। ਅਤ ਪਾਪ ਨਿਖੰਜਨ, ਜਿਹੜੇ ਅਤ ਦੇ ਵੱਡੇ ਪਾਪ ਹਨ ਨਾ, ਉਹਨਾਂ ਸਾਰੇ ਪਾਪਾਂ ਨੂੰ ਨਿਖੰਜਨ ਕੱਟ ਦੇਣ ਵਾਲਾ ਹੈ। ਮੇਰਾ ਪ੍ਰਭ ਅੰਤ ਸੁਖਾਈ, ਐਸਾ ਮੇਰਾ ਪ੍ਰਭ ਹੈ, ਐਸਾ ਮੇਰਾ ਪ੍ਰਭੂ ਹੈ ਜਿਹੜਾ ਡਰ ਵੀ ਤੋੜ ਦਿੰਦਾ ਹੈ, ਪਾਪ ਵੀ ਕੱਟ ਦਿੰਦਾ ਹੈ, ਤੇ ਅੰਤ ਵੇਲੇ ਸਖਾਈ ਮਿੱਤਰਤਾ ਵੀ ਨਿਭਾਉਂਦਾ ਹੈ, ਸਖਾਪਣ ਵੀ ਨਿਭਾਉਂਦਾ ਹੈ, ਅੰਤ ਵੇਲੇ ਵੀ ਸਹਾਇਤਾ ਕਰਦਾ ਹੈ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਹਾਈ ਹੁੰਦੇ ਹਨ ਪ੍ਰਭੂ ਜੀ। ਸਭ ਕਿਛ ਆਪੇ ਆਪ ਵਰਤੈ, ਗਰੀਬ ਨਵਾਜ ਕਹਿੰਦੇ ਸਭ ਕਿਛ ਪ੍ਰਭੂ ਆਪੇ ਆਪ ਹੀ ਵਰਤ ਰਿਹਾ ਹੈ। ਸਭ ਕਿਛ ਉਹਨੇ ਆਪ ਹੀ ਪੈਦਾ ਕੀਤਾ ਹੈ, ਸਾਰਾ ਵਰਤਾਰਾ ਉਹਦੇ ਹੁਕਮ ਵਿੱਚ ਵਰਤ ਰਿਹਾ ਹੈ, ਤੇ ਸਭ ਕਿਛ ਦੇ ਵਿੱਚ ਆਪੇ ਆਪ ਹੀ ਉਹ ਵਰਤ ਰਿਹਾ। ਪਿੱਛੇ ਵੀ ਆਪੇ ਆਪ ਹੀ ਵਰਤਦਾ ਸੀ, ਹੁਣ ਵੀ ਆਪੇ ਆਪ ਹੀ ਵਰਤ ਰਿਹਾ ਹੈ, ਅੱਗੇ ਵੀ ਉਹ ਆਪੇ ਆਪ ਹੀ ਵਰਤੇਗਾ ਸਾਰੇ ਪਾਸੇ। ਨਾਨਕ ਨਾਮ ਵਡਿਆਈ, ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਧੰਨ ਗੁਰੂ ਅਮਰਦਾਸ ਸਾਹਿਬ ਜੀ ਸ਼ਬਦ ਦੀ ਸਮਾਪਤੀ ਕਰਦਿਆਂ ਹੋਇਆਂ, ਨਾਮ ਵਡਿਆਈ, ਨਾਮ ਵਿੱਚ ਜੁੜ ਕਰਕੇ ਹੀ ਭਾਈ ਵਡਿਆਈ ਪ੍ਰਾਪਤ ਹੁੰਦੀ ਹੈ। ਉਹ ਪ੍ਰਭੂ ਦੀ ਪ੍ਰਾਪਤੀ ਦੀ ਵਡਿਆਈ ਉਹਦੇ ਨਾਮ ਵਿੱਚ ਜੁੜ ਕਰਕੇ ਮਿਲਦੀ ਹੈ। ਨਾਮ ਵਿੱਚ ਜੁੜ ਗਏ, ਨਾਮ ਜਪੀਏ ਤੇ ਫਿਰ ਉਸ ਪ੍ਰਭੂ ਦਾ ਮਿਲਾਪ ਹਾਸਲ ਹੋ ਜਾਂਦਾ ਹੈ, ਉਸ ਦੇ ਮਿਲਾਪ ਦੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਗੁਰੂ ਸਾਹਿਬ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਕੱਲ ਨੂੰ ਸਾਧ ਸੰਗਤ ਜੀ ਅੰਮ੍ਰਿਤ ਦੇ ਦਾਤੇ, ਪੰਥ ਦੇ ਵਾਲੀ, ਦਸ਼ਮੇਸ਼ ਪਿਤਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਭੈ ਭੱਜਣ ਅਤ ਪਾਪ ਨਿਖੰਜਣ, ਮੇਰਾ ਪ੍ਰਭ ਅੰਤ ਸੁਖਾਈ। ਸਭ ਕਿਛ ਆਪੇ ਆਪ ਵਰਤੈ, ਨਾਨਕ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।